पावन पवित्र चरण शरण दे अंदर सुभाईमान गुरु सवारे प्रेमी सतसंगी जनों, वडभागे हो आप जी। सतगुरां दे पावन अस्थान गुरुद्वारा सीसगंज विखे धन धन साहिब श्री गुरु ग्रंथ साहिब जी महाराज सच्चे पातशाह जी की पावन हजूरी विच सत संगत करन दा सुभाग आप जी नूं प्राप्त होया है। गुरु सवारे गुरु के कीर्तनियां पासों गुरबाणी कीर्तन आप जी ने सरवण कीते हन। लड़ीवार सतगुरां दी पावन बाणी दी विचार आप जी रोजाना ही जो सरवण करते हो। पावन शब्द आसा राग दे अंदर गुरु अर्जन देव जी महाराज का उचारण किया होया। गुरु ग्रंथ साहिब जी दे मुबारक अंग 377 ते सुभाईमान है। शब्द का मूल पाठ सिंह साहब ज्ञानी हरनाम सिंह जी हैड ग्रंथी साहब पासों आप जी ने सरवण किया। विचार गुरु कृपा द्वारा आप सारे मिल के सांझी करनी है। जिन्ने भी सत्संगी गुरु चरनां विच जुड़े हो या लाइव प्रोग्राम दे राही इस सुभागे समय की संभाल कर रहे हो, सारे सत्संगी सुरतियां बिरतियां नूं टिकाओ, रसना करो पवित्र, गज के बोलो सतनाम वाहिगुरु। शब्द दा रहाओ दा बंद जिस विच शब्द दा केंद्री भाव दिता होया है, सेंट्रल आइडिया है। बाकी शब्द दे पदे जिहड़े बंद हन वो रहाओ दे बंद की व्याख्या ने। आओ सब तो पहला रहाओ दे बंद विच सतगुरु जी जो कृपा करते ने तिन्हां पंक्तियां दी विचार आप सरवण करिए ते फिर सतगुरु जिवें जिवें कृपा करनगे सारे शब्द की विचार आप सारिਆਂ ने मिल के सांझी करनी है। एक बारी फिर करो रसना पवित्र, गज के बोलो सतनाम वाहिगुरु। हाँ जी। वाहिगुरु साहिब जी सुन सुंदर साधु बचन उदारी। सुन सुंदर साधु बचन उदारी। सुन तो भाव सुनना कर। सुंदर हुण इत्थे सुंदर दे रारे नूं सिहारी लगी हुई है, जिस दे अर्थ बनगे सुंदरी ते सुंदरी दे अर्थ करांगे आपां सोहणे जीवन वाली इस्त्री, जीव इस्त्री। क्योंकि बारी विच रूप रंग की गल नहीं की गई भी तू रंग करके सोहना है या तेरे अंग बड़े सोहने ने। नहीं, इत्थे बारी विच सोहना किनू कहा गया, सुंदर किनू कहा गया, सुंदरी किनू कहा गया है। सतगुरां दी पावन बाणी दे बचन ने
ਸੇ ਸੁੰਦਰ ਸੋਹਣੇ, ਉਹ ਹੀ ਸੁੰਦਰ ਹਨ, ਉਹ ਹੀ ਸੋਹਣੇ ਹਨ। ਸਾਧ ਸੰਗ ਜਿਨ ਬਹਿਣੇ, ਜਿਨ੍ਹਾਂ ਦਾ ਬਹਿਣਾ ਬੈਠਕ ਸਾਧ ਸੰਗ ਦੇ ਵਿੱਚ ਹੈ, ਗੁਰੂ ਪਿਆਰਿਆਂ ਦੇ ਨਾਲ ਹੈ। ਉਹ ਕੇਵਲ ਇਹ ਨਹੀਂ ਕਹਿੰਦੇ ਸੇ ਗੁਰਮੁਖ ਪਿਆਰੇ ਸਤਸੰਗੀ ਮਿਲੋ, ਜਿਨ੍ਹਾਂ ਦੇ ਮਿਲਿਆਂ ਆਪ ਜੀ ਦਾ ਨਾਮ ਚਿਤ ਆਵੇ, ਬਲਕਿ ਉਹ ਉਹਨਾਂ ਦੇ ਨਾਲ ਨਿਤਾ ਪ੍ਰਤੀ ਸੰਗ ਕਰਦੇ ਨੇ, ਗੁਰੂ ਦੀ ਸੰਗਤ ਵਿੱਚ ਜੁੜਦੇ ਨੇ, ਗੁਰਮੁਖਾਂ ਦਾ ਸੰਗ ਕਰਦੇ ਨੇ। ਉਹ ਹਨ ਸੁੰਦਰ ਜੀਵਨ ਵਾਲੇ। ਤੇ ਸਤਿਗੁਰੂ ਮਹਾਰਾਜ ਆਖਦੇ ਹਨ, ਹੇ ਸੋਹਣੇ ਜੀਵਨ ਵਾਲੀ ਜੀਵ ਇਸਤਰੀ ਸੁਣ, ਭਾਵ ਮੇਰੀ ਗੱਲ ਵੱਲ ਧਿਆਨ ਦੇ। ਸਾਧੂ ਬਚਨ ਉਧਾਰੀ, ਸਾਧੂ ਬਚਨ ਤੇ ਥੋੜਾ ਜਿਹਾ ਵਿਸ਼ਰਾਮ ਦੇ ਦਈਏ, ਅਰਧ ਵਿਸ਼ਰਾਮ ਜਿਹਨੂੰ ਆਪਾਂ ਕਹਿੰਦੇ। ਸਾਧੂ ਬਚਨ ਤੋਂ ਭਾਵ ਗੁਰੂ ਕੇ ਬਚਨ, ਗੁਰੂ ਕੇ ਬਚਨ ਤੋਂ ਭਾਵ ਗੁਰੂ ਕੀ ਬਾਣੀ, ਗੁਰੂ ਦਾ ਸ਼ਬਦ। ਹੁਣ ਜਿਹੜਾ ਸਾਧੂ ਬਚਨ ਹੈ, ਗੁਰੂ ਕਾ ਬਚਨ ਹੈ, ਬਾਣੀ ਹੈ, ਇਹਨੂੰ ਜਦੋਂ ਤੂੰ ਜੀਵਨ ਦੇ ਅੰਦਰ ਸੁਣੇਗੀ ਤੇ ਫਿਰ ਤੇਰਾ ਉਧਾਰ ਹੋ ਜਾਵੇਗਾ। ਹਰ ਬੰਦਾ ਇਹ ਕਹਿੰਦਾ ਵੀ ਮੇਰਾ ਉਧਾਰ ਹੋ ਜਾਵੇ। ਜਦੋਂ ਕਿਸੇ ਨੂੰ ਮਰਦਿਆਂ ਵੇਖਦਾ ਹੈ, ਦੁੱਖਾਂ ਦੇ ਨਾਲ ਗਰਸ ਕੇ ਕੋਈ ਮਰਦਾ ਹੈ, ਤੇ ਫਿਰ ਬੰਦੇ ਦੇ ਅੰਦਰ ਵਿਚਾਰ ਆਉਂਦਾ ਹੈ ਵੀ ਪਤਾ ਨਹੀਂ ਮੇਰਾ ਕੀ ਹਾਲ ਹੋਵੇਗਾ, ਮੇਰਾ ਕਿਵੇਂ ਉਧਾਰ ਹੋਵੇਗਾ, ਮੇਰਾ ਕਿਵੇਂ ਭਲਾ ਹੋਵੇਗਾ। ਸਤਿਗੁਰੂ ਜੀ ਇਹਨਾਂ ਬਚਨਾਂ ਨੂੰ ਇਉਂ ਆਪਣੀ ਬਾਣੀ ਦੇ ਵਿੱਚ ਦੱਸਦੇ ਨੇ, ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ। ਪਰ ਇਹ ਤਿੰਨ ਗੱਲਾਂ ਕਰਕੇ, ਕਿਆ ਜਾਣਾ ਕਿਵ ਮਰੇਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ, ਤਾਂ ਸਹਿਲਾ ਮਰਨਾ ਹੋਏ। ਸੋਹਣ ਸੁੰਦਰ ਸਾਧੂ ਬਚਨ ਉਧਾਰੀ, ਐ ਸੋਹਣੇ ਜੀਵਨ ਵਾਲੀ ਜੀਵ ਇਸਤਰੀ, ਗੁਰੂ ਕੇ ਬਚਨ ਸੁਣ, ਗੁਰੂ ਕੀ ਬਾਣੀ ਨੂੰ ਸੁਣ, ਇਸ ਨੂੰ ਸੁਣਿਆ ਤੇਰਾ ਉਧਾਰ ਹੋ ਜਾਵੇਗਾ। ਇਸ ਭੌਜਲ ਸੰਸਾਰ ਤੋਂ ਤੂੰ ਪਾਰ ਲੰਘ ਜਾਵੇਂਗੀ, ਤੇਰਾ ਪਾਰ ਨਿਸਤਾਰਾ ਹੋ ਜਾਵੇਗਾ। ਕਿਉਂਕਿ ਸਤਿਗੁਰ ਬਚਨ ਤੁਮਾਰੇ, ਅੱਗੇ ਸਤਿਗੁਰੂ ਮਹਾਰਾਜ ਆਖਦੇ ਨੇ, ਨਿਰਗੁਣ ਨਿਸਤਾਰੇ। ਸਤਿਗੁਰੂ ਜੀ ਤੁਹਾਡੇ ਬਚਨ ਜਿਨ੍ਹਾਂ ਨੇ ਸੁਨੇ, ਕਿਉਂਕਿ ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨ ਮਨ ਤੇ ਟਾਰੀ ਰੇ। ਦਰਸ਼ਨ ਪਰਸਨ ਸਰਸਨ ਹਰਸਨ, ਰੰਗ ਰੰਗੀ ਕਰਤਾਰੀ ਰੇ। ਖਿਨ ਰਾਮ ਗੁਰ ਗਮ, ਹਰ ਦਮ ਨਹਿ ਜਮ, ਹਰ ਨਾਨਕ ਕੰਠ ਉਰ ਧਾਰੀ ਰੇ। ਇਹ ਬਚਨ ਸਤਿਗੁਰਾਂ ਦੇ ਜਿਹੜੇ ਹਨ, ਇਸ ਬਾਰੇ ਵੀ ਆਪਾਂ ਪੜ੍ਹਦੇ ਹਾਂ। ਮਹਾਰਾਜ ਆਖਦੇ ਨੇ, ਪਿਆਰਿਓ ਸਾਡੇ ਨਹੀਂ, ਇਹ ਬਚਨ ਹਨ ਵਾਹਿਗੁਰੂ ਪਰਮਾਤਮਾ ਦੇ। ਤੇ ਜੋ ਕੁਝ ਬੁਲਾਉਂਦਾ ਹੈ ਅਸੀਂ ਆਪਣੀ ਰਸਨਾ ਤੋਂ ਆਪ ਜੀ ਨੂੰ ਸੁਣਾਉਂਦੇ ਹਾਂ, ਬੋਲ ਕੇ ਦੱਸ ਦਿੰਦੇ ਹਾਂ। ਇਹ ਬਚਨ ਬੜੇ ਆਪ ਜੀ ਨੂੰ ਯਾਦ ਹੋਣਗੇ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਬਸ ਮੈਂ ਤਾਂ ਗਿਆਨ ਕਰਾਨਾ, ਬਾਣੀ ਵਾਹਿਗੁਰੂ ਪਰਮਾਤਮਾ ਆਪ ਕਿਰਪਾ ਕਰਦਾ ਹੈ। ਸਾਧ ਸੰਗਤ, ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਅਸਥਾਨ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਬਿਰਾਜਮਾਨ ਹਨ। ਇੱਕ ਪੁਰਖ ਆਇਆ ਹੈ ਜਿਨਨੇ ਕੁਝ, ਵੈਸੇ ਨਾਰਦ ਮੁਨੀ ਦਾ ਨਾਮ ਇਤਿਹਾਸ ਵਿੱਚ ਆਂਦਾ ਹੈ ਵੀ ਸਤਿਗੁਰਾਂ ਨੂੰ ਖੰਭ ਭੇਟ ਕੀਤੇ ਕਿਸੇ ਪੰਛੀ ਦੇ। ਤੇ ਮਹਾਰਾਜ ਨੇ ਉਸੇ ਵੇਲੇ ਕਿਸੇ ਸਿੱਖ ਨੂੰ ਬੁਲਾਇਆ ਤੇ ਕਹਿਣ ਲੱਗੇ
ਵੀ ਆ ਜਿਹੜੇ ਖੰਭ ਨੇ ਨਾ ਕਾਰਖਾਨੇ ਵਿੱਚ ਜਾ ਇਹਨਾਂ ਤੀਰਾਂ ਦੇ ਨਾਲ ਜੜਾ ਕੇ ਲਿਆ। ਹੁਣ ਸਿੱਖ ਨੇ ਸਤਿਗੁਰੂ ਦਾ ਹੁਕਮ ਮੰਨਿਆ, ਕਾਰਖਾਨੇ ਵਿੱਚ ਚਲਾ ਗਿਆ, ਜਿਹੜੇ ਖੰਭ ਸਨ ਤੀਰਾਂ ਦੇ ਨਾਲ ਜੜਾ ਕੇ ਲੈ ਆਇਆ ਤੇ ਮਹਾਰਾਜ ਨੇ ਆਪਣਾ ਧਨੁਸ਼ਬਾਨ ਸੰਭਾਲ ਲਿਆ। ਸੰਭਾਲ ਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕ ਗੱਲ ਕਹੀ, ਸਿੱਖੋ ਅਸੀਂ ਤੀਰ ਚਲਾਉਣ ਲੱਗੇ ਹਾਂ ਤੇ ਤੁਸੀਂ ਧਿਆਨ ਰੱਖਣਾ, ਜਿੱਥੇ ਤੀਰ ਡਿੱਗੇਗਾ ਉਹ ਫੜ ਕੇ ਸਾਡੇ ਕੋਲ ਲਿਆਣਾ ਹੈ। ਹੁਣ ਸਿੱਖ ਸਾਵਧਾਨ ਹੋ ਗਏ, ਸਤਿਗੁਰਾਂ ਨੇ ਤੀਰ ਚਲਾ ਦਿੱਤੇ ਪਰ ਜਾਂਦੇ ਨਜ਼ਰ ਆਏ, ਵਾਪਸ ਆਉਂਦੇ ਨਜ਼ਰ ਨਹੀਂ ਆਏ। ਤੇ ਸਿੱਖ ਪਰੇਸ਼ਾਨ ਹੋ ਕੇ ਸਤਿਗੁਰਾਂ ਦੇ ਕੋਲ ਆ ਗਏ, ਕਹਿਣ ਲੱਗੇ ਸਤਿਗੁਰੂ ਤੀਰ ਜਾਂਦੇ ਨਜ਼ਰ ਆਏ ਹਨ, ਵਾਪਸ ਆਉਂਦੇ ਜਿਹੜੇ ਨੇ ਨਾ ਉਹ ਨਜ਼ਰ ਨਹੀਂ ਆਏ। ਮਹਾਰਾਜ ਕਹਿਣ ਲੱਗੇ ਨਿਰਾਸ਼ ਨਾ ਹੋਵੋ, ਹੈਰਾਨ ਨਾ ਹੋਵੋ, ਤੀਰ ਵਾਪਸ ਆਉਣੀ ਕੋਈ ਨਹੀਂ ਸੀ। ਸਿੱਖ ਕਹਿਣ ਲੱਗੇ ਮਹਾਰਾਜ ਤੀਰ ਗਏ ਕਿੱਥੇ, ਵਾਪਸ ਕਿਉਂ ਨਹੀਂ ਆਣੇ ਸੀ? ਮਹਾਰਾਜ ਕਹਿਣ ਲੱਗੇ ਜਿਹੜੇ ਖੰਭ ਨੇ ਨਾ ਉਹ ਹੁਮਾ ਪੰਛੀ ਦੇ ਨੇ, ਤੇ ਹੁਮਾ ਪੰਛੀ ਦਾ ਜਿੱਥੇ ਨਿਵਾਸ ਹੈ, ਤੀਰ ਖੰਭਾਂ ਦੇ ਨਾਲ ਉਸ ਜਗ੍ਹਾ ਤੇ ਪਹੁੰਚ ਗਏ ਹਨ। ਨਾਲ ਹੀ ਦੱਸਿਆ ਪਿਆਰਿਓ, ਧੁਰ ਕੀ ਬਾਣੀ ਜਿਹੜੀ ਹੈ ਨਾ, ਗੁਰੂ ਕੇ ਜਿਹੜੇ ਬਚਨ ਨੇ, ਗੁਰੂ ਕਾ ਸ਼ਬਦ ਹੈ, ਇਸ ਨਾਲ ਜੁੜੋਗੇ ਤੇ ਇਹ ਬਾਣੀ ਉੱਥੇ ਲੈ ਜਾਵੇਗੀ ਜਿੱਥੋਂ ਇਹ ਬਾਣੀ ਆਈ ਹੈ। ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰਨ ਕੋਈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਨੇ, ਐ ਸੁੰਦਰ ਜੀਵਨ ਵਾਲੀ ਜੀਵ ਇਸਤਰੀ ਗੁਰੂ ਕੇ ਬਚਨ ਸੁਣ, ਗੁਰੂ ਕਾ ਸ਼ਬਦ ਸੁਣ, ਗੁਰੂ ਕੇ ਬਚਨਾਂ ਨਾਲ ਜੁੜ, ਤੇਰਾ ਉਧਾਰ ਹੋ ਜਾਵੇਗਾ। ਦੁਖ ਭੂਖ ਮਿਟੈ ਤਿਰੁ ਸਹਸਾ, ਸੁਖ ਪਾਵੈ ਤੂੰ ਸੁਖ ਮਨ ਨਾਰੀ। ਸਾਧ ਸੰਗਤ, ਅੱਜ ਹਰ ਬੰਦਾ ਦੁੱਖ ਵਿੱਚ ਹੈ, ਹਰ ਬੰਦਾ ਭੁੱਖ ਦੀ ਗੱਲ ਕਰਦਾ ਹੈ। ਜਦੋਂ ਆਖਦੇ ਨਾ ਵੀ ਕਾਰੋਬਾਰ ਨਹੀਂ ਚੱਲ ਰਿਹਾ, ਕਾਰੋਬਾਰ ਚੱਲ ਪਵੇ, ਉੱਥੇ ਭੁੱਖ ਦੀ ਗੱਲ ਹੀ ਨਾ। ਦੁੱਖ ਵਿੱਚ ਫਸਿਆ ਹੋਇਆ ਹੈ, ਭੁੱਖਾਂ ਵਿੱਚ ਫਸਿਆ ਹੋਇਆ ਹੈ ਤੇ ਸਹਿਮ ਵਿੱਚ ਪਿਆ ਹੋਇਆ ਹੈ। ਸਹਿਸਾ ਹਰ ਬੰਦਾ ਤੁਹਾਨੂੰ ਸਹਿਮਿਆ ਸਹਿਮਿਆ ਨਜ਼ਰ ਆਵੇਗਾ, ਸਹਿਮ ਵਿੱਚ ਹੋਵੇਗਾ। ਕਦੀ ਆਪਾਂ ਕਿਸੇ ਆਪਣੇ ਮਿੱਤਰ ਨੂੰ ਕਹੀਏ ਨਾ ਵੀ ਤੂੰ ਇੰਨਾ ਸਹਿਮਿਆ ਕਿਉਂ ਹੈ, ਡਰਿਆ ਕਿਉਂ ਹੈ? ਸਾਧ ਸੰਗਤ, ਹਰ ਬੰਦਾ ਦੁੱਖ ਵਿੱਚ ਘਿਰਿਆ ਹੋਇਆ ਹੈ, ਹਰ ਬੰਦਾ ਭੁੱਖਾਂ ਵਿੱਚ ਘਿਰਿਆ ਹੋਇਆ ਹੈ, ਹਰ ਬੰਦਾ ਸਹਿਮ ਵਿੱਚ ਹੈ। ਮਹਾਰਾਜ ਆਖਦੇ ਨੇ ਪਿਆਰਿਓ, ਹੋਰ ਪਾਸੇ ਟੇਕ ਨਾ ਲਵੋ, ਕਬਰਾਂ ਤੇ ਮੱਥੇ ਨਾ ਟੇਕੋ, ਗੁਰੂ ਦਾ ਲੜ ਛੱਡ ਕੇ ਹੋਰ ਕਿਤੇ ਨਾ ਜਾਵੋ, ਗੁਰੂ ਕੀ ਬਾਣੀ ਨਾਲ ਜੁੜੋ, ਗੁਰੂ ਕੀ ਬਾਣੀ ਦੀ ਕਮਾਈ ਕਰੋ, ਸ਼ਬਦ ਨੂੰ ਜੀਵਨ ਦੇ ਅੰਦਰ ਕਮਾਵੋ। ਕਿਉਂਕਿ ਭਾਈ ਸਾਹਿਬ ਜੀ ਨੇ ਇੱਕ ਬੜੀ ਸੁੰਦਰ ਗੱਲ ਕਹੀ ਹੈ। ਭਾਈ ਸਾਹਿਬ ਆਖਦੇ ਨੇ ਸਮੁੰਦਰ ਵਿੱਚ ਬੜਾ ਕੁਝ ਹੈ, ਪਰ ਨਜ਼ਰ ਕਿਹਨਾਂ ਨੂੰ ਆਂਦਾ ਹੈ? ਜਿਹੜੇ ਗੋਤਾ ਮਾਰਨਾ ਜਾਂਦੇ ਨੇ, ਜਿਹੜੇ ਗੋਤੇਖੋਰ ਹਨ। ਇਸੇ ਤਰ੍ਹਾਂ ਪਹਾੜਾਂ ਦੀ ਗੱਲ ਕੀਤੀ, ਪਹਾੜਾਂ ਵਿੱਚ ਬੜੇ ਕੀਮਤੀ ਪਦਾਰਥ ਹਨ, ਪਰ ਪ੍ਰਾਪਤ ਕਿਹਨਾਂ ਨੂੰ ਹੁੰਦੇ ਨੇ? ਜਿਨ੍ਹਾਂ ਨੂੰ ਪਹਾੜਾਂ ਵਿੱਚੋਂ ਕੀਮਤੀ ਹੀਰੇ ਜਵਾਹਰਾਤ ਕੱਢਨੇ ਆਉਂਦੇ ਨੇ। ਜੰਗਲ ਵਿੱਚ ਸੁਗੰਧੀ ਵਾਲੀਆਂ ਚੀਜ਼ਾਂ ਹਨ, ਪਰ ਪ੍ਰਾਪਤ ਕੌਣ ਕਰਦੇ ਨੇ? ਜਿਹੜੇ ਅਤਾਰ ਹੁੰਦੇ ਨੇ, ਜਿਨ੍ਹਾਂ ਨੂੰ ਅਤਰ ਕੱਢਣਾ ਆਉਂਦਾ ਹੈ, ਜਿਨ੍ਹਾਂ ਨੂੰ ਸੁਗੰਧੀ ਕੱਢਣੀ ਆਉਂਦੀ ਹੈ। ਇਸੇ ਤਰ੍ਹਾਂ ਇਹ ਚਾਰ ਉਦਾਹਰਨਾਂ ਦੇ ਕੇ ਸਾਧ ਸੰਗਤ, ਅਖੀਰ ਵਿੱਚ ਜਾ ਕੇ ਭਾਈ ਗੁਰਦਾਸ ਜੀ ਨੇ ਪਾਵਨ ਬਾਣੀ ਦੀ ਗੱਲ ਕੀਤੀ, ਗੁਰੂ ਕੇ ਬਚਨਾਂ ਦੀ ਗੱਲ ਕੀਤੀ। ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਬਿਖੈ, ਹੰਸ ਮਰ ਜੀਵਾ ਨਿਚੈ ਪ੍ਰਸਾਦ ਪਾਵਈ। ਜੈਸੇ ਪਰਵਤ ਮਾਨਕ ਪਾਰਖ ਸਿੱਧ ਖਨਵਾਰਾ ਖਨ ਜਗ ਵਿਖੇ ਪ੍ਰਗਟਾਵਈ। ਜੈਸੇ ਬਨ ਵਿਖੇ ਮਲਿਆਗਰ ਸੋਧਾ ਕਪੂਰ ਸੋਧ ਕੈ ਸੁਬਾਸੀ ਸੁਬਾਸ ਬਹਿਸਾਵਈ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ हैं, जोई जोई खोजै
ਸੋਈ ਸੋਈ ਨਿਪਜਾਵੇ। ਸਾਧ ਸੰਗਤ ਬਾਰੀ ਨੂੰ ਪੜਾਂਗੇ ਦੁੱਖ ਮਿਟਣਗੇ, ਬਾਰੀ ਨੂੰ ਪੜਾਂਗੇ ਭੁੱਖ ਮਿਟੇਗੀ, ਬਾਰੀ ਨੂੰ ਪੜਾਂਗੇ ਸਹਿਸਾ ਜਿਹੜਾ ਸਹਿਮ ਅੰਦਰੋਂ ਮਿਟ ਜਾਵੇਗਾ। ਕਿਉਂਕਿ ਗੁਰਬਾਣੀ ਗੁਰੂ ਸ਼ਬਦ ਦੇ ਅੰਦਰ ਪ੍ਰਭੂ ਉਸਤਤ ਵਿੱਚ ਸਿਫਤ ਸਲਾਹ ਵਿੱਚ ਇੰਨੀ ਕੁ ਤਾਕਤ ਹੈ, ਨਾ ਕੋਈ ਭੁੱਖ ਰਹਿ ਜਾਵੇਗੀ, ਨਾ ਕੋਈ ਦੁੱਖ ਰਹਿ ਜਾਵੇਗਾ, ਨਾ ਕੋਈ ਸਹਿਮ ਰਹਿ ਜਾਵੇਗਾ, ਸਾਰੇ ਮਿਟ ਜਾਣਗੇ। ਫਿਰ ਨਾਲ ਹੀ ਇੱਕ ਗੱਲ ਕਹੀ, ਜਿਹੜੀ ਦੁਰਮਤ ਹੈ ਨਾ, ਇਹ ਸਾਧ ਸੰਗਤ ਅਸੀਂ ਆਪ ਹੀ ਆਪਣੇ ਜੀਵਨ ਦੇ ਅੰਦਰ ਧਾਰਨ ਕੀਤੀ ਹੈ। ਗੁਰਮਤ ਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦੀ ਹੈ। ਦੁਰਮਤ ਜਿਹੜੀ ਹੈ ਇਹ ਅਸੀਂ ਆਪ, ਭੈੜੀ ਮਤ ਜਿਹੜੀ ਹੈ ਇਹ ਅਸੀਂ ਆਪ ਆਪਣੇ ਜੀਵਨ ਦੇ ਅੰਦਰ ਧਾਰਨ ਕੀਤੀ ਹੈ। ਕਿਉਂਕਿ ਬਾਣੀ ਨੂੰ ਆਪਾਂ ਪੜ੍ਹੀਏ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਦੇ ਘਰ ਵਿੱਚ ਆ ਕੇ ਆਖਦੇ ਨੇ ਨਾ, ਮਨ ਰੇ ਕੌਣ ਕੋ ਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨੇ ਕੀਨੀ। ਭੈੜੀ ਮਤ ਅੰਦਰ ਹੋਵੇ ਬੰਦੇ ਨੂੰ ਟਿਕਾ ਕੋਈ ਨਹੀਂ, ਦੁਬਦਾ ਹੋਵੇ ਬੰਦਾ ਟਿਕਦਾ ਨਹੀਂ, ਪਰ ਗੁਰੂ ਕੀ ਮਤ ਆ ਜਾਵੇ, ਗੁਰਬਾਣੀ ਦਾ ਸਿਧਾਂਤ ਸਾਡੇ ਅੰਦਰ ਵਸ ਜਾਵੇ, ਭਟਕਣਾ ਮੁੱਕ ਜਾਂਦੀ ਹੈ। ਆਪ ਜੀ ਭਾਈ ਸਾਹਿਬ ਜੀ ਦੇ ਬਚਨ ਪੜ੍ਹਦੇ ਹੋ ਬਹੁਤ ਵਾਰੀ, ਗੁਰੂ ਕੇ ਕੀਰਤਨੀਏ ਇਹ ਸ਼ਬਦ ਤੁਹਾਨੂੰ ਸਰਵਨ ਕਰਾਉਂਦੇ ਨੇ, ਪਵਨ ਗਵਨ ਜੈਸੇ ਗੁੜੀਆ ਉਡਤ ਰਹਿ, ਪਵਨ ਰਹਿਤ ਗੁੜੀ ਉਡ ਨਾ ਸਕਤ ਹੈ। फिर डोरी की मरोर जैसे डटवा फिरत रहे, ताओ हाओ मिटै गिर परै होए थकत है। फिर अगे कृपा कीती, कंचन असुध ज्यों कुठारी ठहरात नाहे, नेचल भय शब कै शकत है। दुर्मत दुबदा भ्रमत है चतुरकुंट, गुरमत एक टेक मौन नहीं बगत है। मौन नहीं बगत है। जदों गुरु दी मत आ जाएगी बंदा चुप कर जाएगा, बंदा बहुता बोलेगा नहीं। क्योंकि मैं एक विद्वान दे बचन कह पढ़ रहा सी, वो कहते ने भी जेड़े बहुता बोलते ने ना, वो इस वास्ते बोलते ने कि असी किहड़ा इनू कमाना है अपने जीवन दे अंदर, पर जेड़े रब दे प्यारे ने ओह कुछ बोलते ने जिन्हों वो अपने जीवन दे अंदर कमांदे ने, जिन्हों अपने जीवन दे अंदर कमाउण दा यतन करते ने। भाव कहन तो रहाओ दे बंद विच सतगुरां दा इह है, दुख भुख सहम अते भैड़ी मत बिनस जावेगी जिहड़ी तू आप धारण कीती है। कदों? जदों गुरु के शब्द नाल, गुरु की बारी नाल तू जुड़ जावेगा, फिर ना दुख रवेगा ना भुख रवेगा। ते क्योंकि साचे नाम की लागै भूख, उत भूख है खाए चले हैं दुख। महाराज कृपा करदे ने, दुख भी चला जावेगा, भुख भी चली जावेगी, सहम भी मिट जाणगे, ते भैड़ी मत जिहड़ी तू आप धारण कीती है ये भी मिट जावेगी। आसा काम क्रोध लोभ मोह मिटावे। काम क्रोध लोभ मोह मिटावे। हे सुंदरी, हे जीव स्त्री, सोने जीवन वाली जीव स्त्री, तेरे अंदरों काम भी मिट जाएगा, क्रोध भी मिट जाएगा, लोभ भी मिट जाएगा, मोह भी चला जाएगा। कदों? जदों गुरु के शब्द नाल अपने जीवन विच जुड़ेगा, गुरबाणी नाल जुड़ेगा, गुरबाणी दे शब्द दी कमाई करेगा, फिर की होवेगा? काम क्रोध लोभ मोह ये सारे तेरे अंदरों मिट जाणगे। साध संगत बड़े जोरावर ने। एक बचन आप जी भगत रविदास जी का पढ़ दिओ, जिथे वो अरदास करते ने, आखते ने रब जी मैं की करा, मैनू कुछ नहीं समझ आ रही, मेरी विचार काम नहीं कर रही,
ਕਿਉਂ? ਮੇਰਾ ਮਨ ਜਿਹੜਾ ਹੈ ਨਾ ਮਾਇਆ ਦੇ ਹੱਥਾਂ ਵਿੱਚ ਵਿਕ ਗਿਆ ਹੈ। ਸਾਧ ਸੰਗਤ, ਕਈ ਵਾਰੀ ਕੋਈ ਬੰਦਾ ਬੋਲੇ ਨਾ, ਦੁਨੀਆ ਦੇ ਨਾਲ ਬੋਲ ਸਾਂਝੇ ਕਰੇ, ਤੇ ਬੰਦਾ ਜਿਹੜਾ ਅੱਗੋਂ ਸੁਣਨ ਵਾਲਾ ਹੁੰਦਾ ਹੈ ਨਾ, ਉਹ ਕਹਿੰਦਾ ਵੀ ਤੂੰ ਨਹੀਂ ਬੋਲ ਰਿਹਾ, ਜਿਨੇ ਤੈਨੂੰ ਖਰੀਦਿਆ ਤੇਰੇ ਅੰਦਰ ਉਹ ਬੋਲ ਰਿਹਾ ਹੈ। ਫਿਰ ਧਿਆਨ ਦੇਵਿਓ, ਇਹ ਆਮ ਆਪਾਂ ਗੱਲ ਕਰਦੇ ਹਾਂ ਵੀ ਤੂੰ ਨਹੀਂ ਬੋਲ ਰਿਹਾ, ਤੇਰੇ ਅੰਦਰ ਉਹ ਬੋਲ ਰਿਹਾ ਹੈ ਜਿਨੇ ਤੈਨੂੰ ਖਰੀਦਿਆ। ਹੁਣ ਭਗਤ ਜੀ ਕਹਿੰਦੇ ਨੇ ਮੈਨੂੰ ਤਾਂ ਸਮਝ ਕੋਈ ਨਹੀਂ ਆਉਂਦੀ, ਮੇਰੀ ਮੱਤ ਤਾਂ ਕੰਮ ਨਹੀਂ ਕਰਦੀ, ਕਿਉਂਕਿ ਮਨ ਮੇਰਾ ਜਿਹੜਾ ਹੈ ਨਾ ਇਹ ਮਾਇਆ ਦੇ ਹੱਥਾਂ ਵਿੱਚ ਵਿਕ ਗਿਆ। ਇੱਕ ਜਗ੍ਹਾ ਆਪਾਂ ਪੜ੍ਹਦੇ ਹਾਂ ਨਾ, ਮਨ ਵੇਚੈ ਸਤਿਗੁਰੂ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ। ਤੇ ਦੂਜੇ ਪਾਸੇ ਭਗਤ ਜੀ ਆਖਦੇ ਨੇ, ਨਾਥ ਕਛੂ ਨਾ ਜਾਨੂ, ਮਨ ਮਾਇਆ ਕੈ ਹਾਥ ਬਿਕਾਨੂ। ਤੁਮ ਕਈਅਤ ਹੋ ਜਗਤ ਗੁਰ ਸੁਆਮੀ, ਹਮ ਕਈਅਤ ਕਲ ਜੁਕੇ ਕਾਮੀ। ਅੱਗੇ ਆਖਦੇ ਨੇ, ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਜਤ ਦੇਖੋ ਤਤ ਦੁਖ ਕੀ ਰਾਸੀ, ਅਜੋ ਨ ਪਤਿਆਏ ਨਿਗਮ ਭੈ ਸਾਖੀ। ਗੌਤਮ ਨਾਰ ਉਮਾਪਤ ਸੁਆਮੀ, ਸੀਸ ਧਰਨ ਸਹਿਸ ਪਗ ਗਾਮੀ। ਹੁਣ ਅੱਗੇ ਧਿਆਨ ਦੇਵਿਓ, ਇਨ ਦੂਤਨ ਖਲ ਵੱਧ ਕਰ ਮਾਰਿਓ, ਪਰ ਬੜੋ ਨਿਲਾਜ ਅਜੋ ਹੋਇ ਨਹੀਂ ਹਾਰਿਓ। ਸਾਧ ਸੰਗਤ, ਦੁਨਿਆਵੀ ਤੌਰ ਤੇ ਸਾਡਾ ਮਿੱਤਰ ਹੋਵੇ, ਸਾਡਾ ਭਰਾ ਹੋਵੇ, ਸਾਨੂੰ ਕਬੂਲ ਬੋਲ ਦੇਵੇ ਨਾ, ਮਾੜਾ ਬੋਲ ਦੇਵੇ, ਤੇ ਅਸੀਂ ਕਹਿੰਦੇ ਵੀ ਹੁਣ ਤੇਰੇ ਘਰ ਨਹੀਂ ਆਣਾ, ਤੇਰੇ ਨਾਲ ਗੱਲ ਨਹੀਂ ਕਰਨੀ। ਪਰ ਭਗਤ ਜੀ ਆਖਦੇ ਨੇ, ਇਹ ਜਿਹੜੇ ਪੰਜ ਦੂਤ ਨੇ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਰੋਜ਼ ਬੰਦੇ ਦੀ ਬੇਇੱਜ਼ਤੀ ਕਰਦੇ ਨੇ, ਰੋਜ਼। ਪਰ ਇੰਨਾ ਨਿਲੱਜ ਹੈ, ਬੇਸ਼ਰਮ ਹੈ ਇਹ ਬੰਦਾ, ਇਹਨਾਂ ਕੋਲੋਂ ਬੇਇੱਜ਼ਤੀ ਕਰਾ ਕੇ ਫਿਰ ਇਹਨਾਂ ਨਾਲ ਜੁੜਿਆ ਰਹਿੰਦਾ ਹੈ। ਫਿਰ ਧਿਆਨ ਦੇਵਿਓ, ਕੋਈ ਬੰਦਾ ਸਾਡੀ ਬੇਇੱਜ਼ਤੀ ਕਰ ਦੇਵੇ ਸਮਾਜ ਅੰਦਰ, ਸਭਾ ਸੁਸਾਇਟੀ ਅੰਦਰ, ਅਸੀਂ ਕਹਿੰਦੇ ਹਾਂ ਵੀ ਮੈਂ ਨਹੀਂ ਅੱਜ ਤੋਂ ਬਾਅਦ ਤੁਹਾਡੇ ਨਾਲ ਬੈਠਣਾ, ਤੁਹਾਡੇ ਕੋਲ ਆਣਾ। ਪਰ ਭਗਤ ਜੀ ਕਹਿੰਦੇ ਨੇ, ਹੈਰਾਨੀ ਦੀ ਗੱਲ ਹੈ, ਇਹ ਪੰਜ ਜਿਹੜੇ ਦੂਤ ਨੇ ਰੋਜ਼ ਇਸ ਦੀ ਬੇਇੱਜ਼ਤੀ ਕਰ ਰਹੇ ਨੇ, ਰੋਜ਼ ਇਹਨੂੰ ਮਾਰ ਰਹੇ ਨੇ। ਪਰ ਇਹ ਬੰਦਾ ਇੰਨਾ ਬੇਸ਼ਰਮ ਹੈ, ਇੰਨਾ ਨਿਲੱਜ ਹੈ, ਫਿਰ ਉਹਨਾਂ ਦੇ ਨਾਲ ਹੀ ਆਪਣੀ ਦੋਸਤੀ ਬਣਾਈ ਹੋਈ, ਕਦੀ ਕਾਮ ਨਾਲ, ਕਦੀ ਕ੍ਰੋਧ ਨਾਲ, ਕਦੀ ਲੋਭ ਨਾਲ, ਕਦੀ ਮੋਹ ਨਾਲ, ਕਦੀ ਹੰਕਾਰ ਨਾਲ। ਇਨ ਦੂਤਨ ਖਲ ਬਦ ਕਰ ਮਾਰਿਓ, ਬੜੋ ਨਿਲਾਜ ਅਜੋ ਨਹੀਂ ਹਾਰਿਓ। ਪਰ ਫਿਰ ਆਖਿਆ, ਕਹੋ ਰਵਿਦਾਸ ਕਹਾ ਕੈਸੇ ਕੀਜੈ, ਬਿਨ ਰਘੁਨਾਥ ਸ਼ਰਨ ਕਾਕੇ ਲੀਜੈ। ਆ ਬਹੁਤ ਸਾਰੇ ਪ੍ਰੇਮੀ ਜਦੋਂ ਪ੍ਰਸ਼ਾਦਾ ਛਕਦੇ ਨੇ, ਅਸੀਂ ਵੀ ਗੁਰੂ ਕੇ ਦਰਬਾਰ ਦੇ ਸੇਵਾਦਾਰ ਕਿਸੇ ਪ੍ਰੇਮੀ ਦੇ ਘਰ ਵਿੱਚ ਜਾਈਏ ਤੇ ਸ਼ਬਦ ਪੜ੍ਹਦੇ ਹਾਂ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਗ ਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਪਰ ਮੈਂ ਬੇਨਤੀ ਕਰਾਂ, ਪ੍ਰਸ਼ਾਦਾ ਛਕਣ ਲੱਗਿਆ ਪੜ੍ਹ ਲਿਆ ਕਰ, ਕੋਈ ਗੱਲ ਨਹੀਂ, ਮੇਰੀ ਬੇਨਤੀ ਪੜ੍ਹ ਲਿਆ ਕਰ। ਹਾਲੇ ਕਿ ਪ੍ਰਸਾਦ ਇੱਥੇ ਕਿਰਪਾ ਵਾਸਤੇ ਆਇਆ, ਪ੍ਰਸ਼ਾਦੇ ਵਾਸਤੇ ਨਹੀਂ ਆਇਆ। ਪਰ ਮਹਾਰਾਜ ਆਖਦੇ ਨੇ ਪੜ੍ਹ, ਕੋਈ ਗੱਲ ਨਹੀਂ, ਪਰ ਪੜਿਆ ਕਰ ਉਸ ਵੇਲੇ ਜਦੋਂ ਤੇਰੇ ਉੱਤੇ ਕਾਮ ਹਾਵੀ ਹੋ ਜਾਵੇ, ਕ੍ਰੋਧ ਹਾਵੀ ਹੋ ਜਾਵੇ, ਲੋਭ ਹਾਵੀ ਹੋ ਜਾਵੇ, ਕ੍ਰੋਧ ਹਾਵੀ ਹੋਵੇ। ਫਿਰ ਪੜਿਆ ਕਰ, ਕਾਮ ਕ੍ਰੋਧ ਅਰ ਲੋਭ ਮੋਹ ਬਿਨ ਸਜਾਏ ਅਹੰਗ ਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ। ਮੇਰੀ ਨਹੀਂ ਤਾਕਤ। ਇੱਕ ਸ਼ਬਦ ਮਹਾਰਾਜ ਦਾ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ, ਮਹਾਰਾਜ ਆਖਦੇ ਨੇ, ਇਹਨਾਂ ਕੋਲੋਂ ਨਾ ਮਾਂ, ਨਾ ਪਿਓ, ਨਾ ਭਰਾ, ਨਾ ਧਨ, ਨਾ ਦੌਲਤ ਬਚਾ ਸਕਦੀ। ਤੇ ਪੁੱਛਿਆ, ਸਤਿਗੁਰੂ ਜੇ ਇਹਨਾਂ ਕੋਲੋਂ ਬਚਣਾ ਹੋਵੇ ਤੇ ਕਿਵੇਂ ਬਚਿਆ ਜਾ ਸਕਦਾ ਹੈ?
ਬਚਨ ਹੈ ਉਨ ਤੇ ਰਾਖੇ ਬਾਪ ਨਾ ਮਾਈ, ਉਨ ਤੇ ਰਾਖੇ ਮੀਤ ਨਾ ਭਾਈ, ਦਰਬ ਸਿਆਨਪ ਨਾ ਓਏ ਰਹਤੇ, ਸਾਧ ਸੰਗ ਓਏ ਦੁਸ਼ਟ ਵਸ ਹੋਤੇ। ਇਹਨਾਂ ਨੂੰ ਵਸ ਵਿੱਚ ਕਰਨ ਦਾ ਕੇਵਲ ਤੇ ਕੇਵਲ ਇੱਕ ਢੰਗ ਹੈ, ਇੱਕ ਤਰੀਕਾ ਹੈ। ਕਿਹੜਾ? ਗੁਰੂ ਕੀ ਬਾਣੀ ਨਾਲ ਜੁੜ ਜਾਈਏ। ਕਿਉਂਕਿ ਮਨ ਲੋਚੇ ਬੁਰਾਈਆਂ, ਗੁਰ ਸ਼ਬਦੀ ਇਹ ਮਨ ਹੋੜੀਐ। ਚਾਂਦ ਪੱਟ, ਇਹ ਗੁਰਬਾਣੀ ਦੇ ਬਚਨ ਨਹੀਂ, ਇਹ ਚਾਂਦ ਪੱਟ ਦੇ ਬਚਨ ਨੇ। ਮਨ ਨੇ ਬੁਰੇ ਪਾਸੇ ਵੱਲ ਜਾਣਾ ਹੈ, ਪਰ ਇਹਨੂੰ ਮੋੜਨਾ ਹੈ ਗੁਰੂ ਸ਼ਬਦ ਨਾਲ। ਮਨ ਲੋਚੇ ਬੁਰਾਈਆਂ, ਗੁਰ ਸ਼ਬਦੀ ਇਹ ਮਨ ਹੋੜੀਐ। ਗੁਰੂ ਦੇ ਸ਼ਬਦ ਨਾਲ ਇਹਨੂੰ ਟਿਕਾਣੇ ਲਿਆਈਏ, ਗੁਰੂ ਦੇ ਸ਼ਬਦ ਨਾਲ ਇਹਨੂੰ ਵਸ ਵਿੱਚ ਕਰੀਏ। ਤੇ ਮਹਾਰਾਜ ਆਖਦੇ ਨੇ, ਬਿਨਸ ਜਾਣਗੇ ਤੇਰੇ ਅੰਦਰੋਂ ਮਿਟ ਜਾਣਗੇ ਕਾਮ ਕ੍ਰੋਧ ਲੋਭ ਮੋਹ ਹੰਕਾਰ। ਕਦੋਂ? ਜਦੋਂ ਗੁਰੂ ਕੇ ਸ਼ਬਦ ਨਾਲ ਜੁੜੇਗਾ। ਸੁਟ ਕੈ ਦੁਰਮਤ ਆਪਣੀ ਧਾਰੀ, ਤੇ ਜਿਹੜੀ ਆਪਣੀ ਧਾਰਨ ਕੀਤੀ ਹੋਈ ਭੈੜੀ ਮਤ ਹੈ ਨਾ, ਉਹ ਛੁੱਟ ਜਾਵੇਗੀ, ਭਾਵ ਛੱਡ ਜਾਵੇਗੀ। ਉਹ ਫਿਰ ਤੇਰੇ ਉੱਤੇ ਆਪਣਾ ਅਸਰ ਨਹੀਂ ਪਾਵੇਗੀ। ਹੋਏ ਨਿਮਾਣੀ ਸੇਵਕ ਮਾਵੈ, ਤਾ ਪ੍ਰੀਤਮ ਹੋਵੈ ਮਨ ਪਿਆਰੀ। ਇਹ ਸੁੰਦਰ ਜੀਵ ਇਸਤਰੀ, ਜੇ ਤੂੰ ਨਿਮਾਣੀ ਹੋ ਕੇ ਗੁਰੂ ਦੀ ਸੇਵਾ ਕਰੇਂਗੀ, ਗੁਰੂ ਦੀ ਦੱਸੀ ਹੋਈ ਭਗਤੀ ਕਰੇਂਗੀ, ਸਿਮਰਨ ਕਰੇਂਗਾ, ਤੇ ਫਿਰ ਕੀ ਹੋਵੇਗਾ? ਤੇਰੇ ਅੰਦਰੋਂ ਆ ਸਭ ਕੁਝ ਜਿਹੜਾ ਨਾ ਬਿਨਸ ਜਾਵੇਗਾ। ਮਹਾਰਾਜ ਕਿਰਪਾ ਕਰਦੇ ਨੇ, ਦੁਬਾਰਾ ਫਿਰ ਪੜਿਓ। ਹੋਏ ਨਿਮਾਣੀ ਸੇਵਕ ਮਾਵੈ, ਤਾ ਪ੍ਰੀਤਮ ਹੋਵੈ ਮਨ ਪਿਆਰੀ। ਹਰ ਬੰਦੇ ਦਾ ਇਹ ਯਤਨ ਹੈ ਕਿ ਲੋਕ ਮੇਰੇ ਨਾਲ ਪਿਆਰ ਕਰਨ, ਪਰਿਵਾਰ ਵਿੱਚ ਮੈਨੂੰ ਪਿਆਰ ਮਿਲੇ, ਸੰਸਾਰ ਵਿੱਚ ਮੈਨੂੰ ਪਿਆਰ ਮਿਲੇ। ਪਰ ਕਦੀ ਵੀ ਕਿਸੇ ਦੇ ਅੰਦਰ ਇਹ ਖਿਆਲ ਨਹੀਂ ਆਇਆ ਕਿ ਰੱਬ ਮੇਰੇ ਨਾਲ ਕਿਵੇਂ ਪਿਆਰ ਕਰੇ, ਰੱਬ ਦਾ ਪਿਆਰਾ ਮੈਂ ਕਿਵੇਂ ਬਣਾ। ਸਾਧ ਸੰਗਤ, ਰੱਬ ਨਾਲ ਪਿਆਰ ਕਰਾਂਗੇ ਤੇ ਰੱਬ 1 ਗੁਣਾ ਨਹੀਂ, 10 ਗੁਣਾ ਨਹੀਂ, ਬਲਕਿ 1000 ਗੁਣਾ ਸਾਡੇ ਨਾਲ ਪਿਆਰ ਕਰੇਗਾ। ਆ ਜਦੋਂ ਪ੍ਰੀਤ ਦੀ ਗੱਲ ਆਂਦੀ ਨਾ, ਕਦੀ ਕਮਲ ਫੁੱਲ ਦੀ, ਕਦੀ ਸਾਧ ਸੰਗਤ ਮੱਛੀ ਦੀ, ਇਹ ਸਾਰੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਨੇ। ਪਰ ਵੇਖਿਆ ਜਾਵੇ ਨਾ, ਮੱਛੀ ਦਾ ਪਾਣੀ ਨਾਲ ਪਿਆਰ ਹੈ, ਪਰ ਜਿਹੜਾ ਪਾਣੀ ਹੈ ਉਸ ਦਾ ਮੱਛੀ ਨਾਲ ਕੋਈ ਪਿਆਰ ਨਹੀਂ। ਕਿਨਾਰੇ ਪਾਣੀ ਦੇ ਤੜਫ ਤੜਫ ਕੇ ਮੱਛੀ ਮਰ ਜਾਵੇ, ਪਾਣੀ ਨੇ ਕੋਈ ਇਮਦਾਦ ਨਹੀਂ ਕਰਨੀ। ਹੁਣ ਕਮਲ ਫੁੱਲ ਨਾਲ ਭਵਰਾ ਪਿਆਰ ਕਰਦਾ ਹੈ, ਅੱਗੋਂ ਕਮਲ ਫੁੱਲ ਤਾਂ ਨਹੀਂ ਨਾ ਪਿਆਰ ਕਰਦਾ। ਜਿਹੜੀਆਂ ਦੁਨਿਆਵੀ ਪ੍ਰੀਤਾਂ ਹਨ ਇੱਕ ਪਾਸੜ ਨੇ, ਪਰ ਜਿਹੜੀ ਰੱਬ ਨਾਲ ਪ੍ਰੀਤ ਹੈ ਇਹ ਦੋ ਪਾਸੜ ਹੈ। ਅਸੀਂ ਰੱਬ ਨਾਲ ਕਰਾਂਗੇ ਪਿਆਰ, ਰੱਬ ਸਾਡੇ ਨਾਲ ਪਿਆਰ ਕਰੇਗਾ। ਕਿਉਂਕਿ ਜਦੋਂ ਸਤਿਗੁਰਾਂ ਨੇ ਇਹ ਬਚਨ ਕਹੇ ਨਾ ਵੀ ਰੱਬ ਦੀ ਬੋਲੀ ਕੀ ਹੈ, ਜਦੋਂ ਆਪਾਂ ਭਾਖਿਆ ਭਾਉ ਅਪਾਰ ਵਾਲੀ ਗੱਲ ਪੜ੍ਹਦੇ ਹਨ, ਵਾਹਿਗੁਰੂ ਪਰਮਾਤਮਾ ਦੇ ਬਾਰੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਬਚਨ, ਉੱਥੇ ਰੱਬ ਦੀ ਬੋਲੀ ਹੀ ਪਿਆਰ ਹੈ। ਤੇ ਆਪਾਂ ਰੋਜ਼ ਨਿਤਨੇਮ ਦੇ ਵਿੱਚ ਪੜ੍ਹਦੇ ਹਾਂ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਔਰ ਇਹ ਗੱਲ ਸਤਿਗੁਰੂ ਮਹਾਰਾਜ ਨੇ ਇਸ ਪੰਕਤੀ ਦੇ ਵਿੱਚ ਦੱਸੀ ਹੈ ਕਿ ਹੇ ਸੁੰਦਰੀ, ਆਪਣੇ ਜੀਵਨ ਦੇ ਅੰਦਰ ਨਿਮਾਣੀ ਹੋ, ਮਾਨ ਛੱਡ ਦੇ, ਸਤਿਗੁਰੂ ਦੀ ਸੇਵਾ ਕਰ। ਕਿਵੇਂ? ਹਸਤੀ ਸਿਰ ਜੋ ਅੰਕਸ ਹੈ, ਐਰਨ ਜਿਉ ਸਿਰ ਦੇ, ਮਨ ਤਨ ਆਗੇ ਰਾਪ ਕੇ, ਉਹ ਵੀ ਸੇਵ ਕਰੇ, ਇਉ ਗੁਰਮੁਖ ਆਪ ਨਿਵਾਰੀਐ, ਸਭ ਰਾਜ ਸ੍ਰਿਸ਼ਟ ਕਾਲੇ। ਕਿਉਂਕਿ ਇਥੋਂ ਤਾਂ ਆਵਾਜ਼ ਕੰਨਾਂ ਦੇ ਵਿੱਚ ਪੈਂਦੀ ਹੈ, ਸੁਖੀ ਬਸੇ ਮਸਕੀਨੀਆਂ, ਆਪ ਨਿਵਾਰ ਤਲੇ, ਵੱਡੇ ਵੱਡੇ ਹੰਕਾਰੀਆ, ਨਾਨਕ ਗਰਭ ਕਰੇ। ਮਹਾਰਾਜ ਆਖਦੇ ਨੇ, ਸਤਿਗੁਰੂ ਦੀ ਦੱਸੀ ਸੇਵਾ ਨਿਮਾਣੀ ਹੋ ਕੇ ਆਪਣੇ ਜੀਵਨ ਦੇ ਅੰਦਰ ਕਮਾ, ਤੇ ਫਿਰ ਕੀ ਹੋਵੇਗਾ? ਵਾਹਿਗੁਰੂ ਪਰਮਾਤਮਾ ਨੂੰ ਤੂੰ ਮਨ ਕਰਕੇ ਪਿਆਰੀ ਲੱਗੇਗੀ, ਵਾਹਿਗੁਰੂ ਤੈਨੂੰ ਪਿਆਰ ਕਰੇਗਾ,
ਵਾਹਿਗੁਰੂ ਤੇਰੇ ਨਾਲ ਸਨੇਹ ਕਰੇਗਾ, ਤੈਨੂੰ ਪਿਆਰ ਵਾਹਿਗੁਰੂ ਵੱਲੋਂ ਮਿਲੇਗਾ। ਚਰਨ ਪਖਾਰ ਕਰਹੁ ਗੁਰ ਸੇਵਾ, ਆਤਮ ਸੁਧ ਬਿਖ ਤਿਆਸ ਨਿਵਾਰੀ। ਮੈਂ ਚਰਨ ਪਖਾਰ, ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ। ਮਹਾਰਾਜ ਆਖਦੇ ਨੇ, ਹੇ ਸੁੰਦਰੀ, ਹੇ ਜੀਵ ਇਸਤਰੀ, ਧਿਆਨ ਵਿੱਚ ਰੱਖ, ਗੁਰੂ ਦੇ ਚਰਨ ਪਖਾਰ, ਗੁਰੂ ਦੀ ਸੇਵਾ ਵਿੱਚ ਲੱਗ, ਚਰਨ ਪਖਾਰ ਕਰੋ ਗੁਰ ਸੇਵਾ। ਹੁਣ ਚਰਨ ਪਖਾਰਨ ਤੋਂ ਕੀ ਭਾਵ ਹੈ? ਨਿਰੇ ਪੈਰ ਧੋਣ ਤੱਕ ਸੀਮਤ ਨਹੀਂ ਰਹਿਣਾ। ਸਾਧ ਸੰਗਤ, ਜਦੋਂ ਤੱਕ ਗੁਰੂ ਮਹਾਰਾਜ ਸਰੀਰ ਵਿੱਚ ਵਿਚਰੇ ਨੇ, ਉਸ ਵੇਲੇ ਭਾਈ ਗੁਰਦਾਸ ਜੀ ਦੇ ਕਥਨ ਮੁਤਾਬਕ ਭਾਈ ਸਾਹਿਬ ਜੀ ਆਖਦੇ ਨੇ, ਚਰਨਾਮ੍ਰਿਤ ਸਿੱਖਾਂ ਪਿਲਾਇਆ। ਇਹ ਗੱਲ ਚੱਲਦੀ ਰਹੀ, ਪਰ ਜਦੋਂ ਦੇਹ ਪ੍ਰਥਾ ਨੂੰ ਖਤਮ ਕਰਕੇ ਸਤਿਗੁਰਾਂ ਨੇ ਗੁਰੂ ਦੇ ਸ਼ਬਦ ਨਾਲ ਜੋੜ ਦਿੱਤਾ, ਤੇ ਅੱਜ ਦੇਹ ਧਾਰੀ ਇਹ ਕਹਿਣਗੇ ਵੀ ਤੁਸੀਂ ਗੁਰੂ ਦੇ ਚਰਨ ਪਖਾਰਨ ਦੀ ਗੱਲ ਕਰਦੇ ਹੋ, ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਕਿਵੇਂ ਪਖਾਰੋਗੇ? ਧਿਆਨ ਦੇਵਿਓ। ਹਿਰਦੈ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧਿਓ ਪਾਲ। ਕਿਉਂਕਿ ਗੁਰਮੂਰਤ ਗੁਰ ਸ਼ਬਦ ਹੈ, ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਵਿੱਚ ਪ੍ਰਗਟ ਆਇਆ। ਗੁਰੂ ਦੀ ਮੂਰਤ ਕੀ ਹੈ? ਗੁਰੂ ਦਾ ਸ਼ਬਦ। ਗੁਰੂ ਦੇ ਚਰਨ ਕੀ ਹਨ? ਗੁਰੂ ਦਾ ਸ਼ਬਦ। ਹੁਣ ਜਦੋਂ ਅਸੀਂ ਗੁਰੂ ਦੇ ਸ਼ਬਦ ਨਾਲ ਪਿਆਰ ਕਰਾਂਗੇ ਤੇ ਨਿਮਾਣੇ ਹੋ ਕੇ ਗੁਰੂ ਦੀ ਦੱਸੀ ਹੋਈ ਸੇਵਾ ਜੀਵਨ ਦੇ ਅੰਦਰ ਕਰਾਂਗੇ, ਕੀ ਹੋਵੇਗਾ? ਆਤਮ ਸੁਧ। ਜੇ ਆਤਮ ਸੁਧ ਵਾਲਾ ਅੱਖਰ ਸਾਡੇ ਜੀਵਨ ਵਿੱਚ ਨਹੀਂ ਆਇਆ ਤੇ ਕਸੂਰ ਗੁਰੂ ਦਾ ਨਹੀਂ ਪਿਆਰਿਓ, ਕਸੂਰ ਸਾਡਾ ਹੈ। ਅਸੀਂ ਗੁਰੂ ਦੇ ਸ਼ਬਦ ਨਾਲ ਬਾਹਰੀ ਤੌਰ ਤੇ ਰਿਸ਼ਤਾ ਜੋੜਿਆ ਹੈ, ਅੰਦਰੂਨੀ ਤੌਰ ਤੇ ਨਹੀਂ। ਫਿਰ ਬੇਨਤੀ ਕਰ ਦੇਵਾਂ, ਸਤਿਗੁਰਾਂ ਨੇ ਬਚਨ ਕੀਤਾ ਹੈ, ਸਿੱਖਾ ਤੇਰਾ ਹੱਕ ਹੈ ਕਿ ਤੂੰ ਗੁਰਦੁਆਰੇ ਆ, ਬਾਰੀ ਗਾ, ਬਾਰੀ ਸੁਣ, ਬਾਰੀ ਵਿਚਾਰ, ਪੂਜਾ ਵੀ ਕਰ। ਆ ਜਿੰਨੇ ਆਪਾਂ ਕੰਮ ਕਰਦੇ ਆ ਗੁਰਦੁਆਰੇ ਵਿੱਚ ਆ ਕੇ, ਸਾਰੇ ਪੂਜਾ ਦੇ ਕੰਮ ਨੇ ਨਾ, ਪੂਜਾ ਵੀ ਕਰ, ਪਰ ਨਾਲ ਦੀ ਨਾਲ ਇਹਨਾਂ ਗੱਲਾਂ ਦਾ ਮਾਨ ਨਾ ਕਰੀ। ਧਿਆਨ ਰੱਖੀ, ਇਸ ਦੇ ਨਾਲ ਅਗਲਾ ਕੰਮ ਵੀ ਕਰਨਾ ਹੈ। ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਕਰ ਦੇਣ, ਸੇਵਕ ਸਿੱਖ ਪੂਜਨ ਸਭ ਆਵੇਂ, ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਆ ਗੱਲ ਧਿਆਨ ਵਿੱਚ ਰੱਖਣੀ। ਚਰਨ ਪਖਾਰ ਕਰੋ ਗੁਰ ਸੇਵਾ। ਅੱਗੇ ਮਹਾਰਾਜ ਆਖਦੇ ਨੇ ਆਤਮ ਸੁਧ। ਆਤਮ ਸੁਧ ਤੋਂ ਭਾਵ ਅੰਤਰ ਆਤਮੇ ਪਵਿੱਤਰ ਹੋ ਜਾਵੇਗਾ, ਨਿਰਮਲ ਹੋ ਜਾਵੇਗਾ। ਜੀਓ ਨਿਰਮਲ, ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ, ਜੀਓ ਨਿਰਮਲ, ਸਤਿਗੁਰ ਤੇ ਕਰਨੀ ਕਮਾਣੀ। ਕਿਸੇ ਵਿਦਵਾਨ ਨੇ ਬੜੀ ਸੁੰਦਰ ਗੱਲ ਕਹੀ। ਉਹ ਕਹਿੰਦਾ ਨਾ ਸੀਰਤ ਬੁਰੀ ਹੈ ਨਾ ਸੂਰਤ ਬੁਰੀ ਹੈ। ਆਖਿਆ बुरा कौन है? बुरा वो है जिसकी नीयत बुरी है। ਆਪਾਂ ਕਹਿੰਦੇ ਨਾ ਤੇਰੀਆਂ ਗੱਲਾਂ ਤਾਂ ਠੀਕ ਮੈਨੂੰ ਲੱਗ ਰਹੀਆਂ ਨੇ, ਪਰ ਜਿਹੜੀ ਤੇਰੀ ਨੀਅਤ ਹੈ ਨਾ ਉਹ ਸਾਫ਼ ਨਹੀਂ। ਧਿਆਨ ਦੇਵਿਓ, ਇਹ ਤਾਂ ਆਮ ਦੁਨਿਆਵੀ ਗੱਲ ਹੋਈ, ਪਰ ਜਿਸ ਗੁਰੂ ਨਾਲ ਆਪਾਂ ਸੰਬੰਧ ਜੋੜਨਾ ਹੈ, ਜਿਸ ਗੁਰੂ ਦੀ ਦੱਸੀ ਸੇਵਾ ਕਰਨੀ, ਸਾਧ ਸੰਗਤ, ਉਸ ਨਾਲ ਦਗਾਬਾਜ਼ੀ ਨਹੀਂ ਚੱਲੇਗੀ, ਉਸ ਨਾਲ ਦੁਬਦਾ ਨਹੀਂ ਚੱਲੇਗੀ, ਉਸ ਨਾਲ ਤਾਂ ਅੰਦਰੋਂ ਬਾਹਰੋਂ ਇੱਕ ਹੋਣਾ ਪਵੇਗਾ, ਕਿਉਂਕਿ ਸਤਿਗੁਰੂ ਅੰਤਰਜਾਮੀ ਨੇ। ਜਿਹਾ
ਕੋਈ ਸਤਿਗੁਰੂ ਨੂੰ ਇੱਛਦਾ ਤੇਹਾ ਫਲ ਪਾਵੇ ਕੋਈ। ਸਤਿਗੁਰੂ ਨੂੰ ਜਿਹਾ ਕੋਈ ਇੱਛਦਾ ਤੇਹਾ ਫਲ ਪਾਵੇ ਕੋਈ। ਅਸੀਂ ਜਿਹੋ ਜੀ ਇੱਛਾ ਲੈ ਕੇ ਆਵਾਂਗੇ ਫਲ ਸਾਨੂੰ ਉਹੋ ਜਿਹਾ ਪ੍ਰਾਪਤ ਹੋਵੇਗਾ। ਮਹਾਰਾਜ ਆਖਦੇ ਨੇ ਗੁਰੂ ਦੇ ਦਰ ਤੇ ਆ, ਗੁਰੂ ਦੇ ਸ਼ਬਦ ਨਾਲ ਜੁੜ, ਗੁਰੂ ਦੇ ਚਰਨ ਪਖਾਲ, ਗੁਰੂ ਦੀ ਸੇਵਾ ਦਸੀ ਕਰ, ਤੇ ਫਿਰ ਕੀ ਹੋਵੇਗਾ? ਆਤਮ ਸੁਧ, ਤੇਰੀ ਆਤਮਾ ਅੰਤਰ ਆਤਮੇ ਤੋਂ ਸੁਧ ਹੋ ਜਾਵੇਗਾ, ਪਵਿੱਤਰ ਹੋ ਜਾਵੇਗਾ। ਸਾਧ ਸੰਗਤ, ਗੁਰੂ ਅਰਜਨ ਦੇਵ ਜੀ ਦਾ ਦਰਬਾਰ ਲੱਗਾ ਹੋਇਆ ਹੈ। ਸਿੱਖ ਆ ਗਏ, ਕਹਿਣ ਲੱਗੇ ਮਹਾਰਾਜ ਬਾਣੀ ਵਿੱਚ ਧਿਆਨ ਨਹੀਂ ਜੁੜਦਾ, ਸਿਮਰਨ ਵਿੱਚ ਧਿਆਨ ਨਹੀਂ ਲੱਗਦਾ। ਤੇ ਮਹਾਰਾਜ ਨੇ ਇੱਕ ਗੱਲ ਕਹੀ, ਕਹਿਣ ਲੱਗੇ ਵੱਡੇ ਭਾਗਾਂ ਵਾਲਿਓ, ਧਿਆਨ ਦੇਵੋ ਸਾਧ ਸੰਗਤ, ਅਸੀਂ ਆਪਣੀ ਕੋਈ ਕਿਸੇ ਨੂੰ ਕਮਜ਼ੋਰੀ ਦਸੀਏ ਤੇ ਬੰਦਾ ਕਹਿ ਦੇਵੇ ਅੱਗੋਂ ਵੀ ਵੱਡੇ ਭਾਗਾਂ ਵਾਲਾ ਹੈ, ਤੇ ਅਸੀਂ ਹੈਰਾਨ ਨਹੀਂ ਹੋਵਾਂਗੇ। ਸਿੱਖ ਕਹਿੰਦੇ ਨੇ ਬਾਣੀ ਵਿੱਚ ਸਿਮਰਨ ਵਿੱਚ ਧਿਆਨ ਨਹੀਂ ਲੱਗਦਾ, ਤੇ ਮਹਾਰਾਜ ਕਹਿਣ ਲੱਗੇ ਵੱਡੇ ਭਾਗਾਂ ਵਾਲਿਓ। ਸਿੱਖ ਫਿਰ ਸਵਾਲ ਕਰਦੇ ਨੇ ਮਹਾਰਾਜ ਜੀ ਵੱਡੇ ਭਾਗਾਂ ਵਾਲੇ ਕਿਵੇਂ ਹੋਏ? ਮਹਾਰਾਜ ਕਹਿਣ ਲੱਗੇ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਨਾ ਵੀ ਸਾਡਾ ਸਿਮਰਨ ਵਿੱਚ ਧਿਆਨ ਨਹੀਂ ਲੱਗਦਾ, ਸਾਡਾ ਬਾਣੀ ਵਿੱਚ ਧਿਆਨ ਨਹੀਂ ਲੱਗਦਾ। ਹੁਣ ਬਿਮਾਰੀ ਲੱਭ ਪਈ ਹੈ ਨਾ, ਇਲਾਜ ਵੀ ਮਿਲ ਜਾਵੇਗਾ। ਫਿਰ ਧਿਆਨ ਦੇਵਿਓ, ਕਈ ਵਾਰੀ ਸਾਰੀ ਜ਼ਿੰਦਗੀ ਸਿਮਰਨ ਕਰਦਿਆਂ ਕਰਦਿਆਂ ਲੰਘ ਜਾਂਦਾ ਹੈ, ਬਾਣੀ ਪੜ੍ਹਦਿਆਂ ਪੜ੍ਹਦਿਆਂ ਲੰਘ ਜਾਂਦਾ ਹੈ, ਪਰ ਧਿਆਨ ਆਂਦਾ ਹੀ ਨਹੀਂ ਵੀ ਇਹ ਸਾਡੀ ਸੁਰਤੀ ਜੁੜੀ ਹੋਈ ਕਿ ਨਹੀਂ, ਕਿਉਂਕਿ ਸੁਰਤੀ ਦਾ ਕਿੱਧਰ ਦੀ ਕਿੱਧਰ ਫਿਰਦੀ। ਮੈਂ ਕਈ ਵਾਰੀ ਇਹ ਗੱਲ ਕਹਿਣਾ ਵੀ ਕਾਜੀ ਦੀ ਗੱਲ ਸੁਣ ਕੇ, ਨਵਾਬ ਦੀ ਗੱਲ ਸੁਣ ਕੇ, ਸੁਲਤਾਨਪੁਰ ਵਿੱਚ ਜੋ ਕੁਝ ਵਾਪਰਿਆ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ, ਅਸੀਂ ਬੜੇ ਖੁਸ਼ ਹੁੰਦੇ ਹਾਂ ਵੀ ਕਾਜੀ ਨੂੰ ਕੋਈ ਪਤਾ ਹੀ ਨਹੀਂ, ਨਵਾਬ ਨੂੰ ਪਤਾ ਹੀ ਨਹੀਂ। ਪਰ ਜੇ ਇਹੋ ਗੱਲ ਅਸੀਂ ਆਪਣੇ ਉੱਤੇ ਸਾਰੇ ਟੁਕਾਈਏ ਤੇ ਸ਼ਾਇਦ ਸਾਡੀ ਵੀ ਹਾਲਤ ਕਾਜੀ ਤੇ ਨਵਾਬ ਨਾਲੋਂ ਕੋਈ ਵੱਖਰੀ ਨਹੀਂ ਹੋਵੇਗੀ। ਜਿਹੜੀ ਉਹ ਕਹਾਣੀ ਉਹਨਾਂ ਨੂੰ ਸੁਣਾਈ ਜਾਂ ਉਹਨਾਂ ਦੀ ਹਾਲਤ ਦੱਸੀ, ਇਹ ਕਹਾਣੀ ਸਾਨੂੰ ਵੀ ਸਮਝਾਉਂਦੀ ਏ ਕਿ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਤੁਹਾਡਾ ਧਿਆਨ ਕਿਸੇ ਹੋਰ ਪਾਸੇ ਨਾ ਜਾਵੇ। ਸਾਧ ਸੰਗਤ, ਬਾਣੀ ਜਦੋਂ ਪੜਾਂਗੇ, ਬਾਣੀ ਨਾਲ ਪਿਆਰ ਕਰਾਂਗੇ ਤੇ ਆਤਮਾ ਜਿਹੜਾ ਹੈ ਉਹ ਸੁੱਧ ਹੋਵੇਗਾ। ਆਤਮ ਸੁੱਧ, ਅੱਗੇ ਆਤਮ ਸੁਧ ਬਿਖ ਤਿਆਸ ਨਿਵਾਰੀ। ਬਿਖ ਤਿਆਸ ਨਿਵਾਰੀ, ਹੋਰ ਕੀ ਮਿਲੇਗਾ? ਬਿਖ ਕਹਿੰਦੇ ਨੇ ਜ਼ਹਿਰ, ਜ਼ਹਿਰ ਤੋਂ ਭਾਵ ਹੈ ਮਾਇਆ, ਕਿਉਂਕਿ ਜ਼ਹਿਰ ਖਾਵਾਂਗੇ ਸਰੀਰ ਕਰਕੇ ਮਰਾਂਗੇ, ਮਾਇਆ ਨਾਲ ਸੰਬੰਧ ਜੋੜਾਂਗੇ ਅੰਤਰਾਤਮੇ ਮਰ ਜਾਵਾਂਗੇ। ਮਹਾਰਾਜ ਆਖਦੇ ਨੇ ਬਿਖ ਕੀ ਤਿਸ ਨਿਵਾਰੀ, ਜਿਹੜੀ ਮਾਇਆ ਦੀ ਤਰੇ ਸੀ ਨਾ ਉਹ ਮਿਟ ਗਈ, ਤ੍ਰਿਸ਼ਨਾ ਮਿਟ ਜਾਏਗੀ। ਕਦੋਂ? ਜਦੋਂ ਗੁਰੂ ਕੇ ਸ਼ਬਦ ਨਾਲ ਜੁੜਾਂਗੇ, ਗੁਰੂ ਦੀ ਦੱਸੀ ਹੋਈ ਸੇਵਾ ਆਪਣੇ ਜੀਵਨ ਦੇ ਅੰਦਰ ਕਮਾਵਾਂਗੇ। ਮਹਾਰਾਜ ਆਖਦੇ ਨੇ ਫਿਰ ਬਿਖ ਕੀ ਤਿਸ ਨਿਵਾਰੀ ਤੋਂ ਭਾਵ ਜਿਹੜੀ ਜ਼ਹਿਰ ਮਾਇਆ ਦੀ ਤ੍ਰੇ ਹੈ, ਤ੍ਰਿਸ਼ਨਾ ਹੈ, ਉਹ ਮਿਟ ਜਾਵੇਗੀ। ਇੱਕ ਪਾਸੇ ਪੜ੍ਹਦੇ ਹਾਂ ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਪਰ ਦੂਜੇ ਪਾਸੇ ਮਹਾਰਾਜ ਆਖਦੇ ਨੇ ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਪਾਵੈ ਸੋਭਾ ਹਰ ਦੁਆਰੀ। ਦਾਸਨ ਕੀ ਹੋਏ ਦਾਸ ਦਾਸਰੀ, ਤਾਂ ਸ਼ੋਭਾ ਪਾਵੇਂ ਹਰ ਦੁਆਰੀ। ਜਦੋਂ ਸੇਵਕਾਂ ਦੀ ਸੇਵਕ ਬਣ ਕੇ, ਦਾਸੀ ਬਣ ਕੇ ਆਪਣੇ ਜੀਵਨ ਦੇ ਅੰਦਰ ਵਿਚਰੇਗੀ, ਤੈਨੂੰ ਵਾਹਿਗੁਰੂ ਦੇ ਦੁਆਰ ਤੇ ਜਿਹੜੀ ਨਾ ਸੋਭਾ ਮਿਲੇਗੀ, ਤੈਨੂੰ ਵਡਿਆਈ ਮਿਲੇਗੀ। ਰੇ ਰੇ ਦਰਗਾ ਕਹੇ ਨਾ ਕੋ, ਆਓ ਬੈਠ ਆਦਰ ਸੁਭ ਦਿਓ। ਫਿਰ ਆਪਾਂ ਬਚਨ ਪੜ੍ਹਦੇ ਹਾਂ, ਜਦੋਂ ਸਾਧ ਸੰਗਤ ਮਹਾਰਾਜ ਆਖਦੇ ਨੇ ਨਾ ਨਿਮਾਣੀ ਹੋ ਕੇ ਆਪਣੇ ਜੀਵਨ ਦੇ ਅੰਦਰ ਵਿਚਰੇਗੀ, ਦਾਸਾਂ ਦੀ ਦਾਸੀ, ਕਿਉਂਕਿ ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਾ ਰੀਸ, ਜਿੱਥੇ ਨੀਚ ਸੰਭਾਲੀਅਨ ਤਿੱਥੇ ਨਦਰ ਤੇਰੀ ਬਖਸ਼ੀਸ। ਦਾਸਾਂ ਦੀ ਦਾਸੀ ਬਣ ਕੇ ਜੀਵਨ ਦੇ ਅੰਦਰ ਭਾਵ ਨਿਮਾਰੀ ਹੋ ਕੇ, ਨਿਮਰਤਾ ਨੂੰ ਧਾਰਨ ਕਰਕੇ
ਆਪਣੇ ਜੀਵਨ ਦੇ ਅੰਦਰ ਵਿਚਰੇਂਗੀ, ਤੈਨੂੰ ਵਾਹਿਗੁਰੂ ਦੇ ਦਰ ਤੇ ਸੋਭਾ, ਵਡਿਆਈ, ਮਾਨ ਪ੍ਰਾਪਤ ਹੋਵੇਗਾ। ਆਪਾਂ ਪੜ੍ਹਦੇ ਹਾਂ ਨਾ, ਸਤਿਗੁਰ ਆਇਓ ਸ਼ਰਨ ਤੁਹਾਰੀ। ਮੰਗੀਏ ਹੋਰ ਦਾਤਾਂ ਵੀ, ਕਿਉਂਕਿ ਅਸੀਂ ਕਬਰਾਂ ਤੋਂ ਜਾ ਕੇ ਨਹੀਂ ਮੰਗਣੀਆਂ ਜਾਂ ਕਿਸੇ ਹੋਰ ਕੋਲੋਂ ਨਹੀਂ ਮੰਗਣੀਆਂ, ਮੰਗਣੀਆਂ ਦਾਤੇ ਕੋਲੋਂ ਨੇ, ਸਤਿਗੁਰੂ ਕੋਲੋਂ ਨੇ। ਪਰ ਜਿੱਥੇ ਆਪਾਂ ਹੋਰ ਦਾਤਾਂ ਮੰਗਦੇ ਆ ਸਾਰੀਆਂ ਦੁਨਿਆਵੀ, ਉੱਥੇ ਨਾਲ ਇਹ ਵੀ ਮੰਗੀਏ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨ ਸੂਝੇ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ, ਲੇਖਾ ਛੋੜ ਅਲੇਖਾ ਛੂਟੈ, ਹਮ ਨਿਰਗੁਣ ਲਿਹੋ ਉਵਾਰੀ, ਸਦ ਬਖਸ਼ਿੰਦ ਸਦਾ ਮਿਹਰਵਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਕਿਉਂਕਿ ਮਿੱਠਤ ਨੀਵੀਂ ਨਾਨਕਾ, ਗੁਣ ਚੰਗਿਆਈਆਂ ਤਤ। ਮਹਾਰਾਜ ਆਖਦੇ ਨੇ, ਸਭ ਕੋ ਨਿਵੇਂ ਆਪ ਕੋ, ਪਰ ਕੋ ਨਿਵੇਂ ਨ ਕੋਏ, ਧਰਤ ਰਾਜੋ ਤੋਲੀਐ, ਨਿਵੇਂ ਸੋ ਗੌਰਾ ਹੋਏ। ਜਿਹੜਾ ਨਿਵੇਂਗਾ ਉਸ ਦਾ ਘਟੇਗਾ ਨਹੀਂ ਕੁਝ, ਕਿਉਂਕਿ ਸਤਿਗੁਰੂ ਮਹਾਰਾਜ ਆਖਦੇ ਨੇ, ਨਿਮਾਣੇ ਹੋ ਕੇ ਦਾਸਾਂ ਦੇ ਦਾਸ ਬਣ ਕੇ ਜੀਵਨ ਦੇ ਅੰਦਰ ਵਿਚਰੋ, ਵਾਹਿਗੁਰੂ ਪਰਮਾਤਮਾ ਦੇ ਦਰ ਤੇ ਵੀ ਸ਼ੋਭਾ ਮਿਲੇਗੀ, ਵਡਿਆਈ ਮਿਲੇਗੀ। ਇਹੀ ਅਚਾਰ ਇਹੀ ਵਿਵਹਾਰਾ, ਆਗਿਆ ਮਾਨੈ ਭਗਤ ਹੋਏ ਤੁਮਾਰੀ। ਵਾਹਿਗੁਰੂ ਪਰਮਾਤਮਾ ਦੀ, ਗੁਰੂ ਦੀ ਆਗਿਆ ਨੂੰ ਮੰਨਣਾ, ਇਹ ਸਾਡਾ ਬਣ ਜਾਵੇ ਆਚਾਰ, ਇਹ ਬਣ ਜਾਵੇ ਸਾਡਾ ਵਿਵਹਾਰ। ਸਾਧ ਸੰਗਤ, ਇੱਕ ਜਗ੍ਹਾ ਬਚਨ ਆਂਦਾ ਬਾਣੀ ਵਿੱਚ, ਸੱਚੋਂ ਔਰ ਸਭ ਕੋ ਉੱਪਰ ਸੱਚ ਆਚਾਰ। ਸੱਚ ਸਭ ਤੋਂ ਉੱਪਰ ਹੈ। ਹੁਣ ਜਿਹੜਾ ਸੱਚ ਆਚਾਰ ਲਿਖਿਆ ਹੈ, ਇਹਨੂੰ ਸੱਚ ਤੋਂ ਵੀ ਉੱਚਾ ਦੱਸ ਦਿੱਤਾ ਹੈ? ਨਹੀਂ, ਸੱਚ ਹੈ ਉੱਚਾ ਹੀ, ਪਰ ਸੱਚੇ ਨਾਲ ਜੁੜ ਕੇ ਸੱਚਾ ਜੀਵਨ ਬਣਾਣਾ ਜਿਹੜਾ ਹੈ ਨਾ, ਇਹ ਸਭ ਤੋਂ ਉੱਤਮ ਹੈ, ਸਭ ਤੋਂ ਉੱਚਾ ਹੈ। ਸੱਚੇ ਦੀਆਂ ਗੱਲਾਂ ਕਰਨੀਆਂ, ਸੱਚ ਬਾਰੇ ਗੱਲਾਂ ਕਰਨੀਆਂ, ਇਹ ਹਰ ਇੱਕ ਬੰਦੇ ਦੇ ਹਿੱਸੇ ਵਿੱਚ ਆਈਆਂ ਨੇ। ਮੈਂ ਸਤਿਕਾਰਯੋਗ ਉਸਤਾਦ ਜੀ ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ ਬਾਰੇ ਉਹਨਾਂ ਕੋਲ ਪੜ੍ਹਦਾ ਸੀ, ਤੇ ਜਦੋਂ ਸਾਨੂੰ ਸੰਥਿਆ ਕਰਾਉਂਦੇ ਸੀ ਨਾ, ਉਹ ਆਪਣੇ ਜੀਵਨ ਦੇ ਤਜਰਬੇ ਸਾਡੇ ਨਾਲ ਸਾਂਝੇ ਕਰਦੇ ਸੀ। ਕਹਿੰਦੇ ਨੇ, ਇੱਕ ਵਾਰੀ ਮਹਾਂਪੁਰਸ਼ ਕਰਨਾਲ ਬਾਰੇ ਸੰਤ ਨਿੱਕਾ ਸਿੰਘ, ਨਿਰਮਲੇ ਸੰਤ, ਇਹ ਸ਼ਾਹਬਾਦ ਗਏ। ਹੁਣ ਉੱਥੇ ਇੱਕ ਲਾਲਾ ਰਹਿੰਦਾ ਸੀ, ਬਾਨੀਆਂ ਬਹਾਲ ਚੰਦ। ਉਹ ਗੁਰਦੁਆਰੇ ਆਇਆ ਤੇ ਮਹਾਂਪੁਰਸ਼ਾਂ ਨੂੰ ਕਹਿਣ ਲੱਗਾ ਵੀ ਸਾਡੇ ਘਰ ਜਲ ਪਾਣੀ ਛਕੋ, ਤੇ ਮਹਾਂਪੁਰਸ਼ਾਂ ਨੇ ਹਾਂ ਕਰ ਦਿੱਤੀ। ਜਦੋਂ ਉਹਨਾਂ ਦੇ ਘਰ ਗਏ, ਲੰਗਰ ਛਕਦਿਆਂ ਕਹਿਣ ਲੱਗਾ, ਮਹਾਂਪੁਰਸ਼ੋ ਕੋਈ ਸੱਚ ਕੀ ਬਾਤ ਸੁਣਾਓ। ਮਹਾਂਪੁਰਸ਼ਾਂ ਨੇ ਸੱਚ ਦੀ ਗੱਲ ਸੁਣਾਉਣ ਤੋਂ ਪਹਿਲਾਂ ਇੱਕ ਗੱਲ ਕਹੀ। ਕਹਿਣ ਲੱਗੇ, ਮੇਰੇ ਤੋਂ ਪਹਿਲਾਂ ਵੀ ਕਦੀ ਸੱਚ ਦੀ ਗੱਲ ਸੁਣੀ ਜੇ? कहने लगा, जी मेरा तो काम ही यही है, कोई सत्संग भवन में आ जावे, कोई मंदिर में आ जावे, कोई गुरुद्वारे में आ जावे, कोई भी रब दा प्यारा आवे, मैं तो उन्होंने अपने घर विच लिया के सच की गल सुनदा, सच दीयां गल्लां पुछदा। ते संत जिहड़े निरभौ निरपख, संतन अवर न काहू जानी, बेपरवाह सदा रंग हर कै, जाको पाख सुआमी। कोई कोई है ऐसा। संत निक्का सिंह कहन लगे, लाला जी मेरे तो पहला आप जी ने अनेका कोलों सच दीयां गल्लां सुनिया ने, पर कदी सच बोलिया जे? कहन लगे नहीं जी। ते फिर कहन लगे मेरी भी गिनती कर लो, सच की गल सुन की लोड़ नहीं, बस गिनती कर लो, 100 तुहाडे कोल पहला 101 मेरा लिख दिओ ना। भी तुसी गिनती वधाना चाहते हो, तुसी सच वाले पासे तुरना नहीं चाहते, सच दे राह ते तुरना नहीं चाहते। हुण मैं बेनती करा, मेरे सहित जिन्ने आपां बैठे हैं कि सानू पता नहीं
ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਸਾਨੂੰ ਪਤਾ ਹੈ ਨਾ, ਪਰ ਕਿੰਨੇ ਹਾਂ ਅਸੀਂ ਸਾਰੇ ਜਿਹੜੇ ਸੱਚ ਬੋਲਦੇ ਹਾਂ, ਝੂਠ ਨਹੀਂ ਬੋਲਦੇ। ਕਹਿਣ ਲੱਗੇ ਜਿੰਨਾ ਮਰਜ਼ੀ ਸੱਚ ਦੀਆਂ ਗੱਲਾਂ ਸੁਣੀ ਜਾਓ, ਪਰ ਜਦੋਂ ਤੱਕ ਤੁਹਾਡਾ ਵਿਹਾਰ, ਤੁਹਾਡਾ ਆਚਾਰ ਸੱਚਾ ਨਹੀਂ ਬਣਨਾ, ਉਦੋਂ ਤੱਕ ਗੱਲ ਸੌਰਨੀ ਕੋਈ ਨਹੀਂ, ਗੱਲ ਬੰਨੀ ਨਹੀਂ। ਮਹਾਰਾਜ ਆਖਦੇ ਨੇ ਗੁਰੂ ਦੀ ਆਗਿਆ ਮੰਨ, ਇਹ ਤੇਰਾ ਵਿਵਹਾਰ ਬਣ ਜਾਵੇ, ਇਹ ਤੇਰਾ ਆਚਾਰ ਬਣ ਜਾਵੇ। ਕਿਉਂਕਿ ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਗੱਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੀਤੀ ਕਿ ਜਿਹੜੀ ਬੱਚੀ ਪੇਕੇ ਘਰ ਵਿੱਚ ਰਹਿ ਕੇ ਸਹੁਰੇ ਘਰ ਵਿੱਚ ਜਾਣ ਤੋਂ ਪਹਿਲਾਂ ਉਹ ਗੱਲਾਂ ਸਿੱਖ ਲੈਂਦੀ ਏ, ਜਿਹੜੀਆਂ ਗੱਲਾਂ ਸਹੁਰੇ ਘਰ ਵਿੱਚ ਕੰਮ ਆਣੀਆਂ ਨੇ, ਉਹਨੂੰ ਮਾਣ ਮਿਲਦਾ ਹੈ, ਉਹਨੂੰ ਸਤਿਕਾਰ ਮਿਲਦਾ ਹੈ। ਇਹ ਸਾਡੇ ਗੀਤਕਾਰਾਂ ਨੇ ਜਾਂ ਲੋਕਾਂ ਨੇ ਐਸੀਆਂ ਐਸੀਆਂ ਗੱਲਾਂ ਕਰ ਦਿੱਤੀਆਂ ਵੀ ਕੁੜੀਆਂ ਨੂੰ ਸਹੁਰਿਆਂ ਦੇ ਘਰ ਮਾਣ ਨਹੀਂ ਮਿਲਦਾ। ਨਹੀਂ, ਜਦੋਂ ਮੈਂ ਭਾਈ ਗੁਰਦਾਸ ਜੀ ਨੂੰ ਪੜ੍ਹਦਾ, ਜਦੋਂ ਸਤਿਗੁਰਾਂ ਦੀ ਬਾਣੀ ਨੂੰ ਪੜ੍ਹਦਾ, ਮਹਾਰਾਜ ਆਖਦੇ ਨੇ ਪਿਆਰਿਓ ਸਹੁਰਿਆਂ ਦੇ ਘਰ ਮਾਣ ਮਿਲਦਾ ਹੈ। ਕਿਉਂਕਿ ਮੈਂ ਬੇਨਤੀ ਕਰਾਂ, ਅਸੀਂ ਆਮ ਤੌਰ ਤੇ ਦੋਸ਼ ਸਹੁਰਿਆਂ ਦਾ ਕੱਢਦੇ ਹਾਂ, ਪਰ ਧਿਆਨ ਦੇਵਿਓ ਸਾਧ ਸੰਗਤ, ਪਈ ਅੜੇ ਸੋ ਸੇਵ ਤੋਂ ਸਹੁਰੜੇ ਸੁਖ ਵਸ, ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਕਿਉਂਕਿ ਨਹਿਰ ਕੁਆਰ ਕੰਨਿਆ ਲਾੜਲੀ ਕੈ ਮਾਨੀਅਤ, ਵਿਆਹੇ ਸੁਸਰਾਰ ਜਾਏ ਗੁਰਨ ਕੈ ਮਾਨੀਏ। ਪੇਕੇ ਘਰ ਵਿੱਚ ਜਿਹੜੀ ਬੱਚੀ ਨੂੰ ਪਿਆਰ ਮਿਲਦਾ ਹੈ ਨਾ, ਸਹੁਰਿਆਂ ਦੇ ਘਰ ਵੀ ਮਿਲਦਾ ਹੈ, ਪਰ ਇੱਕ ਸ਼ਰਤ ਹੈ, ਇੱਕ ਕੰਡੀਸ਼ਨ ਹੈ, ਬੱਚੀ ਉਹ ਗੁਣ ਆਪਣੇ ਨਾਲ ਲੈ ਕੇ ਜਾਵੇ ਜਿਨ੍ਹਾਂ ਨਾਲ ਸਹੁਰਿਆਂ ਦੇ ਘਰ ਵਿੱਚ ਵੀ ਮਾਣ ਪ੍ਰਾਪਤ ਹੋਣਾ ਹੈ। ਆ ਸਾਡਾ ਪੇਕਾ ਘਰ ਹੈ ਪਿਆਰਿਓ, ਪਰ ਲੋਕ ਜਿਹੜਾ ਸਹੁਰਾ ਘਰ ਹੈ, ਤੇ ਪਰਲੋਕ ਵਿੱਚ ਜਦੋਂ ਆਪਾਂ ਗੁਰੂ ਦੀ ਮੱਤ ਨੂੰ ਧਾਰਨ ਕਰਕੇ ਉਹ ਪਦਾਰਥ, ਉਹ ਗੁਣ ਨਾਲ ਲੈ ਕੇ ਜਾਵਾਂਗੇ, ਉੱਥੇ ਵੀ ਮਾਣ ਮਿਲੇਗਾ, ਉੱਥੇ ਵੀ ਸਤਿਕਾਰ ਮਿਲੇਗਾ। ਮਹਾਰਾਜ ਆਖਦੇ ਨੇ ਗੁਰੂ ਦੀ ਆਗਿਆ ਮੰਨ, ਤੇ ਗੁਰੂ ਦੀ ਆਗਿਆ ਵਿੱਚ ਤੁਰ ਕੇ ਆਪਣਾ ਆਚਾਰ ਬਣਾ, ਆਪਣਾ ਵਿਵਹਾਰ ਬਣਾ। ਜੋ ਇਹ ਮੰਤਰ ਕਮਾਵੈ ਨਾਨਕ, ਸੋ ਪਾਉ ਜਲੈ ਪਾਰੀ ਉਤਾਰੀ। ਜਿਹੜਾ ਇਹ ਮੰਤਰ ਉਪਦੇਸ਼, ਕਿਹੜਾ ਜੀਵਨ ਦੇ ਵਿੱਚ ਗੁਰੂ ਸ਼ਬਦ ਦੀ ਕਮਾਈ ਕਰਨੀ, ਗੁਰੂ ਦੀ ਆਗਿਆ ਵਿੱਚ ਚੱਲਣਾ, ਗੁਰੂ ਦੀ ਸੇਵਾ ਨਿਮਰਤਾ ਵਿੱਚ ਆ ਕੇ ਕਰਨੀ, ਇਹ ਸਾਰਾ ਵਿਵਹਾਰ ਮੰਤਰ ਜਿਹੜਾ ਉਪਦੇਸ਼ ਆਪਣੇ ਹਿਰਦੇ ਵਿੱਚ ਧਾਰਨ ਕਰ ਲੈਂਦਾ ਹੈ, ਇਸ ਉਪਦੇਸ਼ ਦਾ ਉਪਾਸ਼ਕ ਬਣ ਜਾਂਦਾ ਹੈ। ਮਹਾਰਾਜ ਆਖਦੇ ਨੇ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਨਾਲ ਇਸ ਭੌਜਲ ਸੰਸਾਰ ਤੋਂ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਅਖੀਰ ਵਿੱਚ ਮੈਂ ਇੱਕ ਬੇਨਤੀ ਕਰਨ ਲੱਗਾ, ਭਾਈ ਸਾਹਿਬ ਅੰਤਮ ਅਰਦਾਸ ਦੇ ਸਮੇਂ ਜਿੰਨਾ ਮਰਜ਼ੀ ਕੀਰਤਨ ਕਰ ਦੇਣ, ਪਰ ਜਾਂ ਘਰ ਵਾਲੇ ਤੇ ਜਾਂ ਵਿੱਚੋਂ ਕੋਈ ਪ੍ਰੇਮੀ ਖੜਾ ਹੋ ਕੇ ਕਹਿੰਦਾ ਭਾਈ ਸਾਹਿਬ ਜੀ ਆਹ ਸ਼ਬਦ ਤਾਂ ਤੁਸੀਂ ਪੜ੍ਹਿਆ ਨਹੀਂ, ਅਬ ਕੀ ਬਾਰ ਬਖਸ਼ ਬੰਦੇ ਕੋ ਬੌਰ ਨਾ ਭਵਜਲ ਫੇਰਾ। ਹੁਣ ਮੈਂ ਬੇਨਤੀ ਕਰਾਂ, ਠੀਕ ਹੈ ਆਪਾਂ ਅੰਤਮ ਅਰਦਾਸ ਦੇ ਟਾਈਮ ਪੜ੍ਹਦੇ ਹਾਂ, ਕੋਈ ਗੱਲ ਨਹੀਂ, ਪੜ੍ਹ ਲੈਣਾ ਚਾਹੀਦਾ, ਪਰ ਇਹ ਵਾਰੀ ਜਦੋਂ ਸ਼ੁਰੂ ਹੋਈ, ਸ਼ੁਰੂ ਤੋਂ ਹੀ ਇਹ ਗੱਲ ਕਰਨੀ ਸੀ, ਅਖੀਰ ਤੱਕ ਇਹ ਗੱਲ ਕਰਨੀ ਸੀ। ਇਹ ਜਾਣ ਵਾਲੇ ਵਾਸਤੇ ਨਹੀਂ, ਇਹ ਜਿੰਨੇ ਅਸੀਂ ਅੰਤਮ ਅਰਦਾਸ ਵਿੱਚ ਜੁੜੇ ਆ ਨਾ, ਸਾਡੇ ਵਾਸਤੇ ਆ। ਵੀ ਆ ਜਿਹੜੀ ਵਾਰੀ ਮਿਲੀ ਨਾ, ਵਾਰੀ, ਇਹ ਤੇਰਾ ਅਵਸਰ, ਇਹ ਤੇਰੀ ਬਾਰ। ਅਗਲਾ ਸ਼ਬਦ ਆ ਰਿਹਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਇਹ ਤੇਰਾ ਅਵਸਰ ਹੈ, ਇਹ ਤੇਰੀ ਬਾਰ ਹੈ। ਹੁਣ ਵੇਖੋ ਆ ਵੀ ਸ਼ਬਦ ਪੜਿਆ ਜਾਂਦਾ ਹੈ, ਜਿਉ ਸੱਜਣ ਅਸੀਸਰੀਆ ਜਿਉ ਹੋਵੇ ਸਾਹਿਬ ਸਿਓ ਮੇਲ। ਹੁਣ ਇਹ ਜਾਣ ਵਾਲੇ ਵਾਸਤੇ ਨਹੀਂ, ਇਹ ਸਾਡੇ ਵਾਸਤੇ ਆ। ਜਿੰਦੇ ਜੀ ਅਸੀਂ ਜੀਵਨ ਦੇ ਆਰੰਭ ਤੋਂ ਲੈ ਕੇ ਅਖੀਰ ਤੱਕ ਅਰਦਾਸਾਂ ਕਰੀਏ, ਹੇ ਸਤ ਸੰਗਤ ਸਹੇਲਿਓ ਮੇਰੇ ਵਾਸਤੇ ਅਰਦਾਸ ਕਰੋ, ਮੇਰਾ ਵਾਹਿਗੁਰੂ ਪਰਮਾਤਮਾ ਦੇ ਨਾਲ ਮੇਲ ਹੋ ਜਾਵੇ, ਮੇਰਾ ਮਿਲਾਪ ਹੋ ਜਾਵੇ। ਸਤਿਗੁਰੂ ਜੀ ਆਖਦੇ ਨੇ ਗੁਰੂ ਦਾ ਉਪਦੇਸ਼, ਗੁਰੂ ਦਾ ਮੰਤਰ ਕਿਹੜਾ?
ਗੁਰੂ ਦੇ ਸ਼ਬਦ ਦੀ ਕਮਾਈ, ਗੁਰੂ ਦੀ ਸੇਵਾ ਨਿਮਰਤਾ ਨਾਲ ਕਰਨੀ। ਜਦੋਂ ਇਹੋ ਜਿਹਾ ਅਸੀਂ ਵਿਵਹਾਰ ਆਚਾਰ ਆਪਣੇ ਜੀਵਨ ਦੇ ਅੰਦਰ ਬਣਾਵਾਂਗੇ, ਇਸ ਭੌਜਲ ਸੰਸਾਰ ਤੋਂ ਪਾਰ ਲੰਘ ਜਾਵਾਂਗੇ। ਕਿਉਂਕਿ ਸਾਗਰ ਦੇਖੂੰ ਡਰ ਮਰੂੰ, ਪੈ ਤੇਰੇ ਡਰ ਨਾਹੀਂ। ਰੱਬ ਜੀ, ਜਦੋਂ ਮੈਂ ਸੰਸਾਰ ਸਮੁੰਦਰ ਨੂੰ ਵੇਖਦਾ ਮੈਨੂੰ ਬੜਾ ਡਰ ਲੱਗਦਾ ਹੈ, ਪਰ ਜਦੋਂ ਮੈਂ ਤੇਰੇ ਡਰ ਵਿੱਚ ਰਹਿ ਕੇ ਜੀਵਨ ਬਤੀਤ ਕਰਦਾ ਨਾ, ਮੇਰੇ ਸਾਰੇ ਡਰ ਜਿਹੜੇ ਨੇ ਨਾ ਉਹ ਮੁੱਕ ਜਾਂਦੇ ਨੇ। ਸਾਧ ਸੰਗਤ, ਲੋਭ ਲਹਿਰ ਅਤ ਨੀਜਰ ਬਾਜੈ, ਕਾਇਆ ਡੂਬੇ ਕੇਸਵਾ। ਸੰਸਾਰ ਸਮੁੰਦੇ ਤਾਰ ਗੋਬਿੰਦੇ, ਤਾਰ ਲੈ ਬਾਪ ਬੀਠਲਾ। ਜਦੋਂ ਵਾਹਿਗੁਰੂ ਪਰਮਾਤਮਾ ਦੀ ਕਿਰਪਾ ਦੇ ਪਾਤਰ ਬਣਾਂਗੇ, ਗੁਰੂ ਦੀ ਕਿਰਪਾ ਦੇ ਪਾਤਰ ਬਣਾਂਗੇ, ਗੁਰੂ ਸ਼ਬਦ ਨਾਲ ਜੁੜਾਂਗੇ, ਵਾਹਿਗੁਰੂ ਦਾ ਸਿਮਰਨ ਕਰਾਂਗੇ, ਤੇ ਫਿਰ ਇਸ ਭੌਜਲ ਸੰਸਾਰ ਤੋਂ ਪਾਰ ਅਸੀਂ ਲੰਘ ਜਾਵਾਂਗੇ। ਆ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ, ਸਾਧ ਸੰਗਤ ਆਪ ਜੀ ਵੇਖਦੇ ਹੋ, ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਵੀ ਦਰਜ ਹੈ, ਪਰ ਦੀਵਾਰਾਂ ਤੇ ਵੀ ਲਿਖੀ ਹੋਈ ਹੈ। ਕਿਉਂ ਕਿ ਜਿਹੜਾ ਮੱਥਾ ਟੇਕੇ, ਜ਼ਿਆਦਾ ਨਹੀਂ ਇੱਕ ਵੀ ਸ਼ਲੋਕ ਪੜ੍ਹ ਲਵੇਗਾ ਨਾ, ਤੇ ਜੀਵਨ ਦਾ ਉਧਾਰ ਹੋ ਜਾਵੇਗਾ। ਕਿਉਂਕਿ ਬਾਣੀ ਦਾ ਇੱਕ ਇੱਕ ਸ਼ਬਦ ਜਿਹੜਾ ਹੈ ਨਾ ਜੀਵਨ ਜੁਗਤ ਹੈ। ਮੈਂ ਬੇਨਤੀ ਕਰਾਂ, ਜਿੱਥੇ ਸਾਡਾ ਬਲ ਹਾਰ ਜਾਵੇ, ਸਾਡਾ ਬਲ ਕੰਮ ਨਾ ਕਰੇ, ਉੱਥੇ ਫਿਰ ਆਪਾਂ ਅਰਦਾਸ ਕਰਦੇ ਆ। ਇਹੋ ਹੀ ਗੱਲ ਸਾਧ ਸੰਗਤ ਰਾਏ ਬੁਲਾਰ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਮਝਾਈ ਸੀ। ਕਹਿਣ ਲੱਗਾ, ਮਹਾਰਾਜ ਐਸੀ ਜੁਗਤੀ ਦੱਸੋ ਜਿਸ ਨਾਲ ਰਹਿੰਦਾ ਜੀਵਨ ਵੀ ਸੁੱਖ ਨਾਲ ਬਤੀਤ ਹੋ ਜਾਵੇ। ਤੇ ਮਹਾਰਾਜ ਨੇ ਆਖਿਆ ਸੀ, ਰਾਏ ਜੀ, ਜਦੋਂ ਤੁਹਾਡਾ ਆਪਣਾ ਬਲ ਨਾ ਕੰਮ ਕਰੇ, ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਿਓ, ਉਹ ਤੁਹਾਡਾ ਅੰਗ ਸੰਗ ਹੋ ਕੇ ਸਹਾਈ ਹੋਵੇਗਾ। ਆਪਾਂ ਪੜ੍ਹਦੇ ਹਾਂ, ਬਲ ਛੁਟਕਿਓ ਬੰਧਨ ਪਰੇ, ਕਛੂ ਨਾ ਹੋਤ ਉਪਾਏ, ਕਹੋ ਨਾਨਕ ਅਬ ਓਟ ਹਰ, ਗਜ ਜਿਉ ਹੋ ਸਹਾਏ। ਬਲ ਹੋਵਾ ਬੰਧਨ ਛੁਟੇ, ਸਭ ਕਿਛ ਹੋਤੇ ਉਪਾਏ, ਨਾਨਕ ਸਭ ਕਿਛ ਤੁਮਰੇ ਹਾਥ ਮੈਂ, ਤੁਮ ਹੀ ਹੋਤ ਸਹਾਏ। ਗੁਰੂ ਤੇਗ ਬਹਾਦਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਸਾਡੇ ਉੱਤੇ ਕਿਰਪਾ ਕਰਨ, ਅਸੀਂ ਗੁਰੂ ਸ਼ਬਦ ਦੀ ਟੇਕ ਲਈਏ, ਗੁਰੂ ਸ਼ਬਦ ਨਾਲ ਜੁੜੀਏ, ਵਿਕਾਰਾਂ ਤੋਂ ਵੀ ਬਚ ਜਾਵਾਂਗੇ। ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣ ਕੇ ਇਸ ਭੌਜਲ ਸੰਸਾਰ ਤੋਂ ਪਾਰ ਵੀ ਲੰਘ ਜਾਵਾਂਗੇ। ਸਾਡਾ ਲੋਕ ਨਾਲ ਪਰਲੋਕ ਸੌਰੇਗਾ। ਜਿੱਥੇ ਮੈਂ ਸਾਧ ਸੰਗਤ ਸਤਿਗੁਰਾਂ ਦਾ ਧੰਨਵਾਦੀ ਆ, ਆਪ ਸੰਗਤਾਂ ਦਾ ਧੰਨਵਾਦੀ, ਸਮੁੱਚਾ ਪ੍ਰਬੰਧਕ ਕਮੇਟੀ, ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ, ਭਾਈ ਰਣਜੀਤ ਸਿੰਘ ਜੀ, ਜਿਨ੍ਹਾਂ ਨੇ ਸਾਧ ਸੰਗਤ ਆ ਸਾਰਾ ਪ੍ਰੋਗਰਾਮ ਉਡੀਕਿਆ। ਅੱਜ ਸੇਵਾ ਇੱਥੇ ਗੁਰੂ ਨੇ ਲਈ ਹੈ, ਤੇ 2 ਦਿਨ 25 ਤੇ 26 ਜਿਹੜੀ ਹੈ ਗੁਰੂ ਘਰ ਬੰਗਲਾ ਸਾਹਿਬ ਦੇ ਅੰਦਰ ਜਿਹੜਾ ਹੈ ਨਾ, ਉਹ ਸੇਵਾ ਗੁਰੂ ਨੇ ਲੈਣੀ ਹੈ। ਆਪ ਜੀ ਅਰਦਾਸ ਕਰਿਓ ਵੀ ਜੋ ਕੁਝ ਤੁਹਾਡੇ ਨਾਲ ਸਾਂਝਾ ਕਰਦੇ ਹਨ, ਇਹ ਸਾਡੇ ਵੀ ਜੀਵਨ ਦਾ ਅੰਗ ਬਣ ਜਾਵੇ। ਆਪਾਂ ਅਰਦਾਸਾਂ ਕਰੀਏ ਸਾਰੇ ਮਿਲ ਕੇ, ਵਾਹਿਗੁਰੂ ਜੀ ਤੁਹਾਡੀ ਮੱਤ ਆ ਜਾਵੇ, ਸਾਡੀ ਮੱਤ ਆਪਣੇ ਕੋਲ ਰੱਖ ਲਵੋ, ਲੋਕ ਨਾਲ ਪਰਲੋਕ ਸੌਰੇਗਾ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਇੱਕ ਵਾਰੀ ਅਖੀਰਲੀਆਂ ਪੰਕਤੀਆਂ ਦਾ ਪਾਠ ਸਰਵਨ ਕਰੋ ਜੀ। ਜੋ ਇਹ ਮੰਤਰ ਕਮਾਵੈ ਨਾਨਕ, ਸੋ ਪਾਉ ਜਲ ਪਾਰ ਉਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।